ਸਤਿ ਸ਼੍ਰੀ ਅਕਾਲ ਦੋਸਤੋ, मैं CP ਕੰਬੋਜ। ਅੱਜ ਅਸੀਂ ਜਿਹੜਾ ਵਿਸ਼ਾ ਤੁਹਾਡੇ ਲਈ ਲੈ ਕੇ ਆਏ ਹਾਂ ਕੰਪਿਊਟਰ ਬਾਰੇ ਮੁੱਢਲੀ ਜਾਣਕਾਰੀ ਵਿਸ਼ਾ ਹੈ। ਤੇ ਅਸੀਂ ਜਾਣਦੇ ਹਾਂ ਕਿ ਦੁਨੀਆ ਦੇ ਵਿੱਚ ਤਕਰੀਬਨ ਹਰੇਕ ਪੜ੍ਹਿਆ ਲਿਖਿਆ ਵਿਅਕਤੀ ਕੰਪਿਊਟਰ ਦੇ ਬਾਰੇ ਜਾਣਕਾਰੀ ਰੱਖਦਾ ਤੇ ਜਿਹੜਾ ਬੰਦਾ ਕੰਪਿਊਟਰ ਬਾਰੇ ਜਾਣਕਾਰੀ ਨਹੀਂ ਵੀ ਰੱਖਦਾ ਉਹ ਵੀ ਕੰਪਿਊਟਰ ਬਾਰੇ ਸਿੱਖਣਾ ਚਾਹੁੰਦਾ। ਸੋ ਅੱਜ ਦਾ ਆਡੀਓ ਲੈਕਚਰ ਇਸ ਵਿਸ਼ੇ ਦੇ ਸੰਬੰਧਿਤ ਹੈ। ਤੁਸੀਂ ਜਾਣੋਗੇ ਕੰਪਿਊਟਰ ਬਾਰੇ ਮੁੱਢਲਾ ਗਿਆਨ, ਯਾਨੀ ਕਿ ਕੰਪਿਊਟਰ ਹੈ ਕੀ ਚੀਜ਼, ਇਹਦੇ ਕਿਹੜੇ ਹਾਰਡਵੇਅਰ ਭਾਗ ਨੇ, ਕਿਹੜੇ ਸੌਫਟਵੇਅਰ ਭਾਗ ਨੇ, ਕੰਪਿਊਟਰ ਦੀਆਂ ਕਿਸਮਾਂ ਕਿਹੜੀਆਂ ਨੇ, ਕੰਪਿਊਟਰ ਦੇ ਵਿੱਚ ਜਿਹੜੇ ਕੀਬੋਰਡ, ਮਾਊਸ, ਸਕੈਨਰ, ਜਿਹੜੀਆਂ ਇਹ ਅਸੀਂ ਯੂਨਿਟਸ ਯੂਜ਼ ਕਰਦੇ ਹਾਂ, ਵਰਤਦੇ ਹਾਂ, ਇਹਨਾਂ ਦਾ ਕੰਮ ਕੀ ਹੈ। ਕੰਪਿਊਟਰ ਦੇ ਵਿੱਚ ਸਟੋਰ ਕਰਨ ਦੇ ਲਈ, ਸਮੱਗਰੀ ਨੂੰ ਸਟੋਰ ਕਰਨ ਦੇ ਲਈ ਕਿਹੜੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਰੈਮ ਤੇ ਰੋਮ ਦਾ ਕੀ ਫੰਕਸ਼ਨ ਹੈ। ਕੰਪਿਊਟਰ ਨੂੰ ਜਦੋਂ ਸਟਾਰਟ ਕਰਦੇ ਹਾਂ ਤਾਂ ਉਦੋਂ ਕੰਪਿਊਟਰ ਦੇ ਪਿੱਛੇ ਬੈਕਗਰਾਊਂਡ ਦੇ ਵਿੱਚ ਕਿਹੜਾ ਪ੍ਰੋਸੈਸ, ਕਿਹੜਾ ਵਰਤਾਰਾ ਵਾਪਰਦਾ ਜਿਹਦੇ ਕਰਕੇ ਕੰਪਿਊਟਰ ਚਾਲੂ ਹੋ ਜਾਂਦਾ। ਕੰਪਿਊਟਰ ਦੀਆਂ ਵਿੱਚ ਜਿਹੜੀਆਂ ਦੋ ਚੀਜ਼ਾਂ ਤੋਂ ਮਿਲ ਕੇ ਬਣਿਆ ਹਾਰਡਵੇਅਰ ਤੇ ਸੌਫਟਵੇਅਰ, ਉਹ ਕੀ ਚੀਜ਼ਾਂ ਨੇ, ਉਹਨਾਂ ਨੂੰ ਅੱਗੇ ਅਸੀਂ ਵਿਭਾਜਿਤ ਕਰਕੇ, ਡਿਵਾਈਡ ਕਰਕੇ ਦੇਖਾਂਗੇ। ਤੇ ਫਿਰ ਦੂਜਾ ਹਿੱਸਾ ਜਿਹੜਾ ਇਸ ਆਡੀਓ ਲੈਕਚਰ ਦਾ ਹੋਏਗਾ ਇੰਟਰਨੈਟ ਬਾਰੇ ਮੁੱਢਲੀ ਜਾਣਕਾਰੀ, ਯਾਨੀ ਕਿ ਇੰਟਰਨੈਟ ਬਣਿਆ ਕਦੋਂ, ਇਤਿਹਾਸ ਕੀ ਹੈ, ਇੰਟਰਨੈਟ ਨੂੰ ਇਹ ਨਾਮ ਕਿਵੇਂ ਦਿੱਤਾ ਗਿਆ, DNS, URL, ਇੰਟਰਨੈਟ ਦੀਆਂ ਕਨੈਕਸ਼ਨਸ, ਇੰਟਰਨੈਟ ਲਗਾਉਣਾ ਅਤੇ ਉਹਦੇ ਲਈ ਲੋੜਾਂ ਕੀ ਨੇ, ਵੈਬ ਬਰਾਊਜ਼ਰ ਕੀ ਹੈ, ਸਰਚ ਇੰਜਨ ਕੀ ਹੈ। ਸੋ ਇਸ ਤਰ੍ਹਾਂ ਦੀ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਕੰਪਿਊਟਰ ਕੀ ਚੀਜ਼ ਹੈ। ਤਾਂ ਦੋਸਤੋ, ਤੁਸੀਂ ਜਾਣਦੇ ਹੋ ਦੁਨੀਆ ਦੇ ਵਿੱਚ ਤਕਰੀਬਨ ਹਰ ਖੇਤਰ ਦੇ ਵਿੱਚ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ। ਕੋਈ ਵੀ ਖੇਤਰ ਹੋਵੇ, ਐਜੂਕੇਸ਼ਨ ਹੋਵੇ, ਮੈਡੀਕਲ ਹੋਵੇ, ਪੁਲਾੜ ਹੋਵੇ, ਚਾਹੇ ਉਹ ਕਮਿਊਨੀਕੇਸ਼ਨ ਯਾਨੀ ਕਿ ਸੰਚਾਰ ਦਾ ਖੇਤਰ ਹੋਵੇ, ਪਬਲੀਕੇਸ਼ਨ, ਪ੍ਰਕਾਸ਼ਨਾਂ ਦਾ ਖੇਤਰ ਹੋਵੇ, ਹਰ ਖੇਤਰ ਦੇ ਵਿੱਚ ਕੰਪਿਊਟਰ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੀਤੀ ਜਾਂਦੀ ਹੈ। ਅਤੇ ਹਰ ਬੰਦਾ ਕੰਪਿਊਟਰ ਸਿੱਖਣ ਦੇ ਲਈ ਬੇਤਾਬ ਹੈ। ਤੁਸੀਂ ਦੇਖਿਆ ਹੋਣਾ ਇੰਜੀਨੀਅਰਿੰਗ ਦੇ ਵਿੱਚ ਜਾਂ ਮੈਡੀਕਲ ਦੀ ਪੜ੍ਹਾਈ ਦੇ ਵਾਲੇ ਜਿਹੜੇ ਵਿਦਿਆਰਥੀ ਨੇ, ਉਹਨਾਂ ਦੀ ਸਟਰੀਮ, ਉਹਨਾਂ ਦਾ ਵਿਸ਼ਾ ਕੋਈ ਮਰਜ਼ੀ ਹੋਵੇ, ਉਹ ਨਾਲ ਕੰਪਿਊਟਰ ਜ਼ਰੂਰ ਸਿੱਖਦੇ ਨੇ। ਜ਼ਰੂਰ ਉਹ ਕੰਪਿਊਟਰ ਦਾ ਬੇਸਿਕ ਗਿਆਨ ਜਾਂ ਹੋਰ ਪ੍ਰੋਫੈਸ਼ਨਲ ਸੌਫਟਵੇਅਰਾਂ ਦੇ ਬਾਰੇ ਸਿੱਖਦੇ ਨੇ, ਕਿਉਂਕਿ ਘਰ ਬੈਠਿਆਂ ਅਸੀਂ ਆਪਣੇ ਪ੍ਰੋਫੈਸ਼ਨ ਦੇ ਨਾਲ, ਆਪਣੇ ਕੰਮ ਦੇ ਨਾਲ ਕੰਪਿਊਟਰ ਸਿੱਖ ਕੇ ਕੰਪਿਊਟਰ ਨਾਲ ਸੰਬੰਧਿਤ ਕਾਰਜ ਜਿਹੜੇ ਨੇ, ਕੰਮ ਜਿਹੜੇ ਨੇ, ਜੌਬਸ ਨੇ ਜਿਹੜੀਆਂ, ਉਹ ਘਰੇ ਬੈਠੇ ਕਰ ਸਕਦੇ ਹਾਂ। ਸੋ ਉਸੇ ਕਰਕੇ ਕੰਪਿਊਟਰ ਬਹੁਤ ਜ਼ਿਆਦਾ ਮਕਬੂਲ ਹੋਇਆ। ਨਾਮ ਕਿਵੇਂ ਪਿਆ? ਬੜਾ ਦਿਲਚਸਪ ਸਵਾਲ ਹੈ। ਅੰਗਰੇਜ਼ੀ ਦਾ ਸ਼ਬਦ ਕੰਪਿਊਟ ਦਾ ਮਤਲਬ ਹੈ ਕਿ ਕੈਲਕੂਲੇਸ਼ਨ ਕਰਨਾ, ਗਣਨਾ ਕਰਨਾ, ਹਿਸਾਬ ਲਾਉਣਾ। ਸੋ ਕੰਪਿਊਟਰ ਸ਼ਬਦ ਦੀ ਉਤਪੱਤੀ ਅੰਗਰੇਜ਼ੀ ਦੇ ਸ਼ਬਦ ਕੰਪਿਊਟ ਤੋਂ ਹੋਈ। ਅਤੇ ਅੱਜ ਦਾ ਕੰਪਿਊਟਰ ਇਕੱਲਾ ਕੈਲਕੂਲੇਸ਼ਨ ਜਾਂ ਕੰਪਿਊਟ ਕਰਨ ਵਾਲਾ ਡਿਵਾਈਸ ਨਹੀਂ ਹੈ। ਇਹ ਉਸ ਸਮੇਂ ਦੇ ਵਿਗਿਆਨੀਆਂ ਨੇ ਸ਼ਾਇਦ ਇਹ ਤਵੱਕੋ ਨਹੀਂ ਕੀਤੀ ਹੋਣੀ ਕਿ ਭਵਿੱਖ ਦੇ ਵਿੱਚ ਜਿਹੜਾ ਕੰਪਿਊਟਰ ਸੋਧ ਕੇ, ਕੰਪਿਊਟਰ ਵਿਕਸਿਤ ਹੋ ਕੇ ਜਿਹੜਾ ਰੂਪ ਸਾਹਮਣੇ ਆਏਗਾ, ਉਹ ਇਕੱਲਾ ਕੈਲਕੂਲੇਸ਼ਨ ਨਹੀਂ ਕਰੇਗਾ। ਉਹਦੇ ਵਿੱਚ ਪ੍ਰੋਗਰਾਮਿੰਗ ਲੈਂਗੁਏਜ ਚੱਲੇਗੀ, ਉਹਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਹੋਏਗੀ, ਉਹਦੇ ਵਿੱਚ ਬਹੁਤ ਐਡਵਾਂਸ ਕਿਸਮ ਦੇ, ਆਧੁਨਿਕ ਕਿਸਮ ਦੇ ਤਕਨੀਕਾਂ ਵਿਕਸਿਤ ਹੋ ਕੇ ਇਹਦੇ ਵਿੱਚ ਚੱਲਣਗੀਆਂ। ਸੋ ਭਾਵੇਂ ਕਿ ਅੱਜ ਦੇ ਸਮੇਂ ਦੇ ਕੰਪਿਊਟਰ ਨੂੰ ਵੇਖੀਏ ਤਾਂ ਕੰਪਿਊਟ ਨਾਂ ਢੁਕਵਾਂ ਨਹੀਂ ਹੈ, ਪਰ ਫਿਰ ਵੀ ਇਹ ਸ਼ਬਦ ਕੰਪਿਊਟ ਸ਼ਬਦ ਤੋਂ ਬਣਿਆ ਅਤੇ ਉੱਥੋਂ ਬਣ ਗਿਆ ਕੰਪਿਊਟਰ। ਪਰਿਭਾਸ਼ਾ ਦੀ ਗੱਲ ਕਰੀਏ ਤਾਂ ਅਸੀਂ ਬੜੇ ਭਲੀ ਭਾਂਤ ਸਾਨੂੰ ਇਹ ਸਮਝਣਾ ਪਏਗਾ ਕਿ ਕੰਪਿਊਟਰ ਕੰਮ ਕਿਵੇਂ ਕਰਦਾ ਹੈ। ਕੰਪਿਊਟਰ ਦੇ ਕੰਮ ਕਰਨ ਦਾ ਸਿਧਾਂਤ, ਕੰਮ ਕਰਨ ਦਾ ਤਰੀਕਾ ਜੇ ਸਾਨੂੰ ਸਮਝ ਲੱਗ ਗਿਆ ਤਾਂ ਕੰਪਿਊਟਰ ਦੀ ਪਰਿਭਾਸ਼ਾ ਬਣਾਉਣੀ ਵੀ ਬਹੁਤ ਸੌਖੀ ਹੈ। 2-3 ਉਦਾਹਰਨਾਂ ਆਪਾਂ ਲੈਂਦੇ ਹਾਂ ਜਿਨ੍ਹਾਂ ਦੇ ਵਿੱਚ ਕੰਪਿਊਟਰ ਦੇ ਵਾਂਗ ਹੀ ਅਸੀਂ ਕੰਮ ਕਰਦਾ ਦੇਖਦੇ ਹਾਂ, ਪਰ ਕੰਪਿਊਟਰ ਦੇ ਕੰਮ ਕਰਨ ਦੀ ਤਰੀਕਾ ਕੀ ਹੈ, ਪ੍ਰੋਸੈਸ ਕੀ ਹੈ, ਉਹਦੇ ਬਾਰੇ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਤੁਸੀਂ ਨਰਵਸ ਹੋ ਜਾਂਦੇ ਹੋ, ਕਨਫਿਊਜ਼ ਹੋ ਜਾਂਦੇ ਹੋ, ਡਰ ਜਾਂਦੇ ਹੋ ਕਿ ਪਤਾ ਨਹੀਂ ਕੰਪਿਊਟਰ ਬਾਰੇ ਅਸੀਂ ਕੁਝ ਗਲਤ ਨਾ ਬੋਲ ਦਈਏ। ਤੁਸੀਂ ਇੱਕ ਉਦਾਹਰਨ ਲਓ ਜਿਊਸਰ ਦੀ, ਜਿਊਸ ਕੱਢਣ ਵਾਲੀ ਮਸ਼ੀਨ, ਸੇਬ ਦਾ ਜਿਊਸ ਬਣਾਉਣਾ ਹੈ। ਸੇਬ, ਉਹਦੇ ਵਿੱਚ ਜਿਹੜੇ ਅਸੀਂ ਪਾ ਰਹੇ ਹਾਂ ਉਹ ਇਨਪੁੱਟ ਹੈ, ਉਹਦੇ ਤੋਂ ਜਿਹੜਾ ਜਿਊਸ ਮਿਲਣਾ ਹੈ ਉਹ ਆਊਟਪੁੱਟ ਹੈ, ਔਰ ਜਿਹੜੀ ਉਹਦੇ 'ਚ ਮੋਟਰ ਚੱਲਣੀ ਹੈ ਉਹ ਉਹਦਾ CPU ਹੈ, ਯਾਨੀ ਕਿ ਪ੍ਰੋਸੈਸਰ ਹੈ, ਉਹ ਉਸ ਮਸ਼ੀਨ ਦਾ ਦਿਮਾਗ ਹੈ। ਸੋ ਇਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਇਸ ਜਿਊਸਰ ਦੇ 3 ਹਿੱਸੇ ਨੇ, ਇਨਪੁੱਟ, ਪ੍ਰੋਸੈਸਰ ਅਤੇ ਆਊਟਪੁੱਟ।
ਸਾਡਾ ਸਰੀਰ, ਮਨੁੱਖੀ ਸਰੀਰ ਵੀ ਬਿਲਕੁਲ ਐਸੇ ਤਰ੍ਹਾਂ ਹੀ ਕੰਮ ਕਰਦਾ ਹੈ। ਸਾਡੇ ਸਰੀਰ ਦੇ ਵਿੱਚ ਵੀ 3 ਤਰ੍ਹਾਂ ਦੇ ਅੰਗ ਨੇ। ਇਨਪੁਟ ਅੰਗ, ਜਿਵੇਂ ਕਿ ਅੱਖਾਂ ਰਾਹੀਂ ਅਸੀਂ ਵੇਖਦੇ ਹਾਂ, ਕੰਨਾਂ ਦੇ ਰਾਹੀਂ ਸੁਣਦੇ ਹਾਂ, ਔਰ ਟੱਚ ਕਰਕੇ, ਛੂਹ ਕੇ ਵੀ ਅਸੀਂ ਇਨਪੁਟ ਲੈਂਦੇ ਹਾਂ। ਸੋ ਇਹ ਸਾਰੇ ਇਨਪੁਟ ਭਾਗ ਨੇ। ਸਾਡਾ ਦਿਮਾਗ ਸਾਡਾ ਪ੍ਰੋਸੈਸਰ ਹੈ, ਜਿੱਥੇ ਇਨਪੁਟ ਲਈਆਂ ਹੋਈਆਂ ਜਾਣਕਾਰੀਆਂ ਉੱਥੇ ਪਹੁੰਚਦੀਆਂ ਨੇ, ਉਹਨਾਂ ਦੇ ਉੱਤੇ ਪ੍ਰਕਿਰਿਆ ਹੁੰਦੀ ਹੈ, ਫੈਸਲਾ ਹੁੰਦਾ, ਅਤੇ ਫਿਰ ਸਾਡਾ CPU ਯਾਨੀ ਕਿ ਦਿਮਾਗ ਉਹ ਸਾਨੂੰ ਆਊਟਪੁੱਟ ਦਿੰਦਾ ਹੈ। ਅਤੇ ਆਊਟਪੁੱਟ ਦੇ ਲਈ ਸਾਡੇ ਸਰੀਰ ਦੇ ਵਿੱਚ ਕਈ ਅੰਗ ਲੱਗੇ ਹੋਏ ਨੇ, ਜਿਵੇਂ ਜ਼ੁਬਾਨ ਦੇ ਨਾਲ ਬੋਲ ਕੇ ਅਸੀਂ ਆਊਟਪੁੱਟ ਦਿੰਦੇ ਹਾਂ, ਹੱਥ ਨਾਲ ਲਿਖ ਕੇ ਆਊਟਪੁੱਟ ਦਿੰਦੇ ਹਾਂ, ਔਰ ਫਿੰਗਰਸ ਦੇ ਰਾਹੀਂ ਵੀ ਆਊਟਪੁੱਟ ਦਿੱਤੀ ਜਾਂਦੀ, ਯਾਨੀ ਕਿ ਸਪਰਸ਼ ਦੇ ਰਾਹੀਂ ਇਨਪੁਟ ਲਈ ਵੀ ਜਾਂਦੀ ਹੈ, ਆਊਟਪੁੱਟ ਦਿੱਤੀ ਵੀ ਜਾਂਦੀ ਹੈ। ਸੋ ਇਹ ਵੀ ਇੱਕ ਬਹੁਤ ਵਧੀਆ ਉਦਾਹਰਨ ਹੈ ਕਿ ਸਾਡਾ ਸਰੀਰ ਵੀ 3 ਹਿੱਸਿਆਂ ਦੇ ਵਿੱਚ ਕੰਮ ਕਰਦਾ ਹੈ। ਚਾਰਲਸ ਬਾਬੇਜ, ਜਿਹਨੂੰ ਕੰਪਿਊਟਰ ਦਾ ਪਿਤਾਮਾ ਕਿਹਾ ਜਾਂਦਾ ਹੈ, ਸਭ ਤੋਂ ਪਹਿਲਾਂ ਉਹਨੇ ਇਸ ਸਿਧਾਂਤ ਦੀ ਵਰਤੋਂ ਕੀਤੀ ਅਤੇ ਆਪਣੇ ਕੰਪਿਊਟਰ ਨੂੰ ਵੀ, ਉਹਦੀ ਕਾਰਜ ਪ੍ਰਣਾਲੀ ਨੂੰ ਵੀ 3 ਹਿੱਸਿਆਂ ਵਿੱਚ ਵੰਡਿਆ: ਇਨਪੁਟ ਭਾਗ, CPU ਅਤੇ ਆਊਟਪੁੱਟ ਭਾਗ। ਸੋ ਜੇ ਪਰਿਭਾਸ਼ਾ ਦੀ ਗੱਲ ਕਰਨੀ ਹੋਵੇ ਤਾਂ ਬਿਲਕੁਲ ਸਧਾਰਨ, ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ, ਸਾਡੇ ਤੋਂ ਇਨਪੁਟ ਲੈਂਦੀ ਹੈ, ਇਸ ਉੱਤੇ ਪ੍ਰੋਸੈਸਿੰਗ ਜਾਂ ਪ੍ਰਕਿਰਿਆ ਕਰਦੀ ਹੈ ਅਤੇ ਬਦਲੇ ਵਿੱਚ ਸਾਨੂੰ ਆਊਟਪੁੱਟ ਦਿੰਦੀ ਹੈ। ਕੰਪਿਊਟਰ ਦੀ ਵਿਸ਼ਾਲ ਮੈਮਰੀ ਸਮਰੱਥਾ ਹੁੰਦੀ ਹੈ। ਸੋ ਇਹ ਹੈ ਕੰਪਿਊਟਰ ਦੀ ਪਰਿਭਾਸ਼ਾ। ਪਰਿਭਾਸ਼ਾ ਤੋਂ ਬਾਅਦ ਫਿਰ ਦੁਬਾਰਾ ਕਾਰਜ ਪ੍ਰਣਾਲੀ ਦੇ ਉੱਤੇ ਅਸੀਂ ਆ ਜਾਂਦੇ ਹਾਂ। ਕਾਰਜ ਪ੍ਰਣਾਲੀ ਨੂੰ ਸਮਝਣ ਲਈ ਅਸੀਂ 3 ਬਾਕਸ ਬਣਾ ਲੈਂਦੇ ਹੁੰਦੇ ਹਾਂ, ਅਤੇ ਚੌਥਾ ਬਾਕਸ ਸਾਡੇ ਕੋਲ ਆਪਸ਼ਨਲ ਹੁੰਦਾ ਹੈ। ਪਹਿਲਾ ਬਾਕਸ ਇਨਪੁਟ ਪਾਰਟ, ਦੂਸਰਾ CPU, ਤੀਸਰਾ ਜਿਹੜਾ ਬਾਕਸ ਹੈ ਆਊਟਪੁੱਟ ਪਾਰਟ ਹੈ, ਔਰ ਚੌਥਾ ਹੈ ਸਟੋਰੇਜ ਪਾਰਟ। ਸੋ 3 ਹਿੱਸਿਆਂ ਦੇ ਵਿੱਚ ਕੰਪਿਊਟਰ ਦਾ ਜਿਹੜਾ ਸਿਸਟਮ ਅਸੀਂ ਵੰਡਿਆ, ਉਹਦੇ ਵਿੱਚੋਂ ਅਸੀਂ ਬਕਸਿਆਂ ਦੇ ਵਿੱਚ, ਡੱਬਿਆਂ ਦੇ ਵਿੱਚ ਕੰਪਿਊਟਰ ਦੀ ਕਾਰਜ ਪ੍ਰਣਾਲੀ ਨੂੰ ਦਿਖਾ ਸਕਦੇ ਹਾਂ। ਸਮਝਣ ਦੇ ਲਈ ਬੜਾ ਸੌਖਾ ਹੋ ਜਾਂਦਾ ਹੈ ਜੇ 3 ਬਾਕਸ ਆਪਾਂ ਬਣਾ ਲਈਏ ਔਰ ਉਹਨਾਂ ਨੂੰ ਤੀਰ ਦੇ ਨਿਸ਼ਾਨ ਨਾਲ ਅਸੀਂ ਆਪਸ ਦੇ ਵਿੱਚ ਜੋੜ ਦਈਏ, ਤਾਂ ਖੱਬੇ ਤੋਂ ਸੱਜੇ ਹੱਥ ਤੀਰ ਜਾਏਗਾ। ਪਹਿਲੇ ਬਕਸੇ ਦਾ ਨਾਮ ਹੋਏਗਾ ਇਨਪੁਟ ਭਾਗ, ਦੂਸਰਾ ਜਿਹੜਾ ਵਿਚਕਾਰ ਹੋਏਗਾ ਬਾਕਸ, ਉਸ ਨੂੰ ਅਸੀਂ ਕਹਾਂਗੇ CPU ਯਾਨੀ ਕਿ ਕੰਪਿਊਟਰ ਦਾ ਦਿਮਾਗ, ਅਤੇ ਤੀਜਾ ਜਿਹੜਾ ਬਾਕਸ ਹੈ ਜਿੱਥੋਂ CPU ਤੋਂ ਤੀਰ ਦਾ ਨਿਸ਼ਾਨ ਜਾਏਗਾ ਉਹ ਹੈ ਆਊਟਪੁੱਟ ਭਾਗ। ਅਤੇ ਇੱਕ ਬਾਕਸ ਅਸੀਂ ਹੇਠਲੇ ਪਾਸੇ CPU ਦੇ ਲਗਾਉਂਦੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਸਟੋਰੇਜ ਭਾਗ, ਅਤੇ ਇਸ ਬਾਕਸ ਨੂੰ ਦੋਨਾਂ ਦਿਸ਼ਾਵਾਂ ਦੇ ਵਿੱਚ ਤੀਰ ਲੱਗਣਗੇ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਉਹ ਕਿਉਂ ਲੱਗਣਗੇ। ਸਭ ਤੋਂ ਪਹਿਲਾਂ ਸਾਡੇ ਕੋਲ ਇਨਪੁਟ ਭਾਗ ਹੈ। ਕੰਪਿਊਟਰ ਜਿਹੜਾ ਕਿ CPU ਹੈ, ਜਿਹੜਾ ਇੱਕ ਬਕਸਾ ਤੁਸੀਂ ਕੰਪਿਊਟਰ ਦੇ ਕੋਲ ਪਿਆ ਹੋਇਆ ਵੇਖਦੇ ਹੋ, ਉਹ CPU ਹੈ। CPU ਨੂੰ ਅੱਗੇ ਫਿਰ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਪਹਿਲਾ ਹਿੱਸਾ ਸਾਡੇ ਕੋਲ ਹੈ ALU ਯਾਨੀ ਕਿ ਅਰਥਮੈਟਿਕ ਲੌਜਿਕ ਯੂਨਿਟ, ਦੂਸਰਾ ਹੈ CU ਯਾਨੀ ਕਿ ਕੰਟਰੋਲ ਯੂਨਿਟ, ਤੀਸਰਾ ਭਾਗ ਹੈ MU ਯਾਨੀ ਕਿ ਮੈਮਰੀ ਯੂਨਿਟ। ਮੈਮਰੀ ਯੂਨਿਟ ਦੇ ਵਿੱਚ 2 ਚੀਜ਼ਾਂ ਹੁੰਦੀਆਂ ਨੇ, RAM ਅਤੇ ROM। RAM ਮੀਨਸ ਰੈਂਡਮ ਐਕਸੈਸ ਮੈਮਰੀ, ਅਤੇ ROM ਦਾ ਮਤਲਬ ਰੀਡ ਓਨਲੀ ਮੈਮਰੀ। ਰੈਂਡਮ ਐਕਸੈਸ ਮੈਮਰੀ ਦਾ ਮਤਲਬ ਉਹ ਮੈਮਰੀ ਹੈ ਜਿਹਨੂੰ ਅਦਵਾਟਿਓਂ ਕਿਧਰੋਂ ਵੀ ਰੈਂਡਮਲੀ ਪੜ੍ਹਿਆ ਜਾ ਸਕੇ, ਅਤੇ ਜਿਹਦੇ ਵਿੱਚ ਡਾਟਾ ਵੀ ਜਿੱਥੇ ਮਰਜ਼ੀ ਸਟੋਰ ਕੀਤਾ ਜਾ ਸਕੇ। ਸੋ ਇਹ ਜਿਹੜੀ ਮੈਮਰੀ ਹੈ RAM ਨਾਂ ਦੀ ਮੈਮਰੀ, ਇਹ ਵੋਲੇਟਾਈਲ ਹੈ ਕਿਉਂਕਿ ਬਿਜਲੀ ਜਾਣ ਉਪਰੰਤ ਇਹਦੇ ਵਿੱਚ ਪਿਆ ਡਾਟਾ ਨਸ਼ਟ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਜਦੋਂ ਅਸੀਂ ਕਿਸੇ ਪ੍ਰੋਗਰਾਮ ਦੇ ਵਿੱਚ, ਐਪ ਦੇ ਵਿੱਚ ਕੰਮ ਕਰਦੇ ਹਾਂ, ਜਿਵੇਂ ਕਿ ਵਰਡ ਦੇ ਵਿੱਚ ਕੰਮ ਕਰਦੇ ਹਾਂ, ਤਾਂ ਕੰਮ ਕਰਦੇ ਕਰਦੇ ਜੇ ਕੰਪਿਊਟਰ ਨੂੰ ਗਲਤੀ ਨਾਲ ਬੰਦ ਕਰ ਦਈਏ ਜਾਂ ਪਿੱਛੋਂ ਲਾਈਟ ਚਲੀ ਜਾਵੇ ਤਾਂ ਉਹ ਡਾਟਾ ਖਤਮ ਹੋ ਜਾਂਦਾ, ਉਹ ਫਾਈਲ ਸਾਨੂੰ ਦੁਬਾਰਾ ਨਹੀਂ ਮਿਲਦੀ। ਕਾਰਨ ਇਹ ਹੈ ਕਿ ਉਹ RAM ਦੇ ਵਿੱਚ ਸੇਵ ਹੋ ਰਹੀ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਸੇਵ ਪਰਮਾਨੈਂਟ ਕਰਨੀ ਹੈ ਤਾਂ ਜੋ ਭਵਿੱਖ ਦੇ ਵਿੱਚ ਉਹਨੂੰ ਵਰਤਿਆ ਜਾ ਸਕੇ, ਤਾਂ ਤੁਹਾਨੂੰ ਸੇਵ ਕਰ ਲੈਣੀ ਚਾਹੀਦੀ ਹੈ ਫਾਈਲ, ਔਰ ਜਦੋਂ ਸੇਵ ਕਰੋਗੇ ਤਾਂ ਉਹ RAM ਤੋਂ ਇਲਾਵਾ ਸਾਡੇ ਕੰਪਿਊਟਰ ਦੀ ਸਟੋਰੇਜ ਡਿਵਾਈਸ ਜਿਹੜੀ ਕਿ ਹਾਰਡ ਡਿਸਕ ਹੁੰਦੀ ਹੈ, ਕੰਪਿਊਟਰ ਦੇ ਵਿੱਚ ਹੀ ਫਿਕਸ ਕੀਤੀ ਹੁੰਦੀ ਹੈ, ਉਸ ਹਾਰਡ ਡਿਸਕ ਦੇ ਵਿੱਚ ਸੇਵ ਹੋ ਜਾਏਗਾ। ਸੋ ਅਸੀਂ ਹਾਰਡ ਡਿਸਕ ਨੂੰ ਪਰਮਾਨੈਂਟ ਸਟੋਰੇਜ ਡਿਵਾਈਸ ਕਹਿੰਦੇ ਹਾਂ ਅਤੇ RAM ਨੂੰ ਟੈਂਪਰੇਰੀ ਸਟੋਰੇਜ ਡਿਵਾਈਸ ਕਹਿੰਦੇ ਹਾਂ। ਇਸ ਚੀਜ਼ ਦੇ ਬਾਵਜੂਦ ਵੀ
ਰੈਮ ਦੀ ਬਹੁਤ ਵੱਡੀ ਮਹੱਤਤਾ ਹੈ। ਬਿਨਾਂ ਰੈਮ ਤੋਂ ਸਾਡਾ ਕੰਪਿਊਟਰ ਬਿਲਕੁਲ ਨਹੀਂ ਚੱਲ ਸਕਦਾ। ਇੱਕ ਤਾਂ ਇਹ ਡਾਟੇ ਨੂੰ ਟੈਂਪਰੇਰੀ ਤੌਰ ਤੇ ਆਰਜੀ ਤੌਰ ਤੇ ਸਟੋਰ ਕਰਕੇ ਰੱਖਦੀ ਹੈ। ਦੂਸਰਾ, ਕੰਪਿਊਟਰ ਨੂੰ ਕੰਮ ਕਰਨ ਦੇ ਵਿੱਚ ਮਦਦ ਕਰਦੀ ਹੈ। ਜਦੋਂ ਵੀ ਕੋਈ ਰਿਜ਼ਲਟ ਕੱਢਣਾ ਹੁੰਦਾ ਹੈ, ਜਦੋਂ ਵੀ ਕੋਈ ਇਨਪੁਟ ਮਿਲਦੀ ਹੈ ਕੰਪਿਊਟਰ ਨੂੰ, ਮੰਨ ਲਓ ਕੋਈ ਗਣਨਾ ਕਰਨੀ ਹੈ, 2+3 ਕਰਨਾ ਹੈ, ਤਾਂ ਸਭ ਤੋਂ ਪਹਿਲਾਂ ਰੈਮ ਦੇ ਵਿੱਚ ਉਹਨੂੰ ਮੈਮਰੀ ਲੋਕੇਸ਼ਨ ਦੇ ਵਿੱਚ ਉਹਨੂੰ ਥਾਂ ਮਿਲੇਗੀ। ਯਾਨੀ ਕਿ 3 ਤੇ 5 ਜਿਹੜਾ ਡਾਟਾ ਹੈ, 3 ਤੇ 2 ਜਿਹੜਾ ਡਾਟਾ ਹੈ ਉਹਨੂੰ, ਇਸ ਤੋਂ ਇਲਾਵਾ ਪਲੱਸ ਜਿਹੜਾ ਕਿ ਮੈਥਮੈਟੀਕਲ ਆਪਰੇਟਰ ਹੈ ਜਿਹਨੂੰ ਅਸੀਂ ਇੰਸਟਰਕਸ਼ਨ ਕਹਿੰਦੇ ਹਾਂ। ਵੈਸੇ ਵੀ ਇਨਪੁਟ 2 ਚੀਜ਼ਾਂ ਤੋਂ ਮਿਲ ਕੇ ਬਣਦੀ ਹੈ, ਡਾਟਾ ਤੇ ਇੰਸਟਰਕਸ਼ਨ ਤੋਂ। ਸੋ ਡਾਟਾ ਅਤੇ ਇੰਸਟਰਕਸ਼ਨ ਨੂੰ ਸਭ ਤੋਂ ਪਹਿਲਾਂ ਆਰਜੀ ਤੌਰ ਦੇ ਉੱਤੇ ਸੇਵ ਰੈਮ ਦੇ ਵਿੱਚ ਕੀਤਾ ਜਾਂਦਾ ਹੈ। ਫਿਰ ਕੰਟਰੋਲ ਯੂਨਿਟ ਜਿਹੜਾ ਹੈ ਉਹ ਉਹਨਾਂ ਇੰਸਟਰਕਸ਼ਨਸ ਨੂੰ ALU ਦੇ ਵਿੱਚ ਲੈ ਕੇ ਜਾਂਦਾ ਹੈ, ਯਾਨੀ ਕਿ ਅਰਥਮੈਟਿਕ ਲੌਜਿਕ ਯੂਨਿਟ ਵਿੱਚ ਲੈ ਕੇ ਜਾਂਦਾ ਹੈ। ਉੱਥੇ ਜਿਹੜੀ ਕੈਲਕੂਲੇਸ਼ਨ ਤੋਂ ਬਾਅਦ ਨਤੀਜਾ ਮਿਲਦਾ ਹੈ ਉਹਨੂੰ ਵੀ ਟੈਂਪਰੇਰੀ ਸਟੋਰ ਰੈਮ ਵਿੱਚ ਹੀ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਆਊਟਪੁੱਟ ਡਿਵਾਈਸ ਵੱਲ ਭੇਜਿਆ ਜਾਂਦਾ ਹੈ। ਸੋ ਰੈਮ ਬਾਰੇ ਮੈਨੂੰ ਲੱਗਦਾ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਸਮਝ ਆ ਗਿਆ ਹੋਣਾ ਹੈ ਕਿ ਰੈਮ ਤੋਂ ਬਿਨਾਂ ਸਾਡਾ ਕੰਪਿਊਟਰ ਨਹੀਂ ਚੱਲ ਸਕਦਾ। ਸੋ ਗੱਲ ਅੱਗੇ ਕਰਦੇ ਹਾਂ ਅਸੀਂ ਰੋਮ ਦੀ, ਰੀਡ ਓਨਲੀ ਮੈਮਰੀ। ਰੈਮ ਦੇ ਉੱਤੇ ਲਿਖ ਵੀ ਸਕਦੇ ਸੀ, ਮਿਟਾ ਵੀ ਸਕਦੇ ਸੀ, ਪਰ ਰੀਡ ਓਨਲੀ ਮੈਮਰੀ ਦੇ ਵਿੱਚ ਸਿਰਫ ਅਸੀਂ ਪੜ੍ਹ ਸਕਦੇ ਹਾਂ ਲਿਖੇ ਹੋਏ ਨੂੰ, ਪਰ ਆਪ ਦੇ ਕੋਲੋਂ ਨਾ ਤਾਂ ਮਟੇ ਸਕਦੇ ਹਾਂ, ਨਾ ਹੀ ਉਹਦੇ ਉੱਤੇ ਓਵਰਰਾਈਟ ਕਰ ਸਕਦੇ ਹਾਂ। ਇਹਦਾ ਮਤਲਬ ਇੱਕ ਐਸੀ ਚਿਪ ਹੈ, ਚਿਪ ਬਿਲਕੁਲ ਰੈਮ ਵਰਗੀ ਹੈ, ਪਰ ਇਹ ਰੀਡ ਓਨਲੀ ਹੈ, ਪਰਮਾਨੈਂਟ ਸਟੋਰੇਜ ਹੈ, ਅਤੇ ਜਿਹਦੇ ਉੱਤੇ ਡਾਟੇ ਨੂੰ ਸਿਰਫ ਅਸੀਂ ਪੜ੍ਹ ਸਕਦੇ ਹਾਂ। ਇਹਦਾ ਮਤਲਬ ਇਸ ਚਿਪ ਦਾ ਕੋਈ ਖਾਸ ਮੰਤਵ ਹੈ। ਸੋ ਇਹ ਚਿਪ ਦਾ ਬਹੁਤ ਹੀ ਖਾਸ ਮੰਤਵ ਹੈ, ਕਿਉਂਕਿ ਕੰਪਿਊਟਰ ਨੂੰ ਚਾਲੂ ਕਰਨ ਦੇ ਵਿੱਚ ਰੋਮ ਦਾ ਬਹੁਤ ਵੱਡਾ ਹੱਥ ਹੈ। ਰੋਮ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਜਿਹਨੂੰ ਕਹਿੰਦੇ ਆ ਬੂਟ ਸਟ੍ਰੈਪ ਲੋਡਰ। ਜਦੋਂ ਕੰਪਿਊਟਰ ਦਾ ਸਵਿਚ ਔਨ ਕੀਤਾ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਬੂਟ ਸਟ੍ਰੈਪ ਲੋਡਰ ਜਿਹੜਾ ਪ੍ਰੋਗਰਾਮ ਹੈ ਉਹ ਹਰਕਤ ਵਿੱਚ ਆਉਂਦਾ ਹੈ। ਉਹ ਵਿੰਡੋਜ਼ ਦੀਆਂ ਫਾਈਲਾਂ ਜਿਹੜੀਆਂ ਕਿ ਸਟੋਰੇਜ ਡਿਵਾਈਸ ਹਾਰਡ ਡਿਸਕ ਦੇ ਵਿੱਚ ਪਈਆਂ ਨੇ, ਉਹਨਾਂ ਨੂੰ ਚੱਕ ਕੇ ਰੈਮ ਦੇ ਉੱਤੇ ਲੋਡ ਕਰਦਾ ਹੈ, ਰੈਮ ਦੇ ਉੱਤੇ ਚੜਾਉਂਦਾ ਹੈ। ਸੋ ਇਹ ਚੀਜ਼ ਸਪਸ਼ਟ ਹੋਣੀ ਚਾਹੀਦੀ ਹੈ ਕਿ ਜਿੰਨੀ ਦੇਰ ਤੱਕ ਕੋਈ ਸੌਫਟਵੇਅਰ, ਕੋਈ ਪ੍ਰੋਗਰਾਮ, ਚਾਹੇ ਆਪਰੇਟਿੰਗ ਸਿਸਟਮ ਕਿਉਂ ਨਾ ਹੋਵੇ, ਜਿੰਨੀ ਦੇਰ ਉਹ ਰੈਮ ਦੇ ਉੱਤੇ ਲੋਡ ਨਹੀਂ ਹੋਏਗਾ ਉਹ ਚੱਲਣ ਦੇ ਯੋਗ ਨਹੀਂ ਹੋਏਗਾ। ਉਸ ਕਰਕੇ ਜਦੋਂ ਕੰਪਿਊਟਰ ਚਲਾਇਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਜਿਹੜੇ ਸੌਫਟਵੇਅਰ ਦੀ ਕੰਪਿਊਟਰ ਦੇ ਉੱਤੇ ਲੋਡ ਪੈਂਦੀ ਹੈ ਉਹ ਹੈ ਆਪਰੇਟਿੰਗ ਸਿਸਟਮ, ਜਿਵੇਂ ਕਿ ਵਿੰਡੋਜ਼। ਅਤੇ ਉਸ ਵਿੰਡੋਜ਼ ਨੂੰ ਆਪਣੇ ਆਪ ਹਾਰਡ ਡਿਸਕ ਤੋਂ ਰੈਮ ਦੇ ਉੱਤੇ ਸ਼ਿਫਟ ਕਰਨ ਵਾਲਾ ਕੋਈ ਵੀ ਵਿਵਸਥਾ ਨਹੀਂ ਹੈ। ਉਸ ਕਰਕੇ ਰੋਮ ਦਾ ਸੌਫਟਵੇਅਰ ਬਣਾਇਆ ਗਿਆ, ਬੂਟ ਸਟ੍ਰੈਪ ਲੋਡਰ, ਜਿਹੜਾ ਕਿ ਉਹਨੂੰ ਲੋਡ ਕਰ ਦਿੰਦਾ ਹੈ। ਸੋ ਇਹ ਸੀ ਰੈਮ ਤੇ ਰੋਮ। ਰੈਮ ਦੇ ਹੁੰਦਿਆਂ ਵੀ ਸਾਨੂੰ ਪਰਮਾਨੈਂਟ ਸਟੋਰੇਜ ਦੀ ਲੋੜ ਪਈ, ਜਿਵੇਂ ਕਿ ਹਾਰਡ ਡਿਸਕ। ਇਸ ਤੋਂ ਇਲਾਵਾ ਸਾਡੇ ਕੋਲ ਪੈਨ ਡਰਾਈਵ ਹੁੰਦੀ ਹੈ। ਹਾਰਡ ਡਿਸਕ ਦੀ ਗੱਲ ਕਰੀਏ ਤਾਂ ਹਾਰਡ ਡਿਸਕ 2 ਤਰ੍ਹਾਂ ਦੀਆਂ ਨੇ, ਇੱਕ ਫਿਕਸ ਹੁੰਦੀ ਹੈ, ਦੂਸਰੀ ਪੋਰਟੇਬਲ। USB ਹਾਰਡ ਡਿਸਕ ਵੀ ਉਸਨੂੰ ਅਸੀਂ ਕਹਿ ਸਕਦੇ ਹਾਂ। ਤਾਂ ਉਹਨੂੰ ਤੁਸੀਂ ਆਪਣੇ ਕੰਪਿਊਟਰ ਨਾਲ ਲੋੜ ਅਨੁਸਾਰ ਲਗਾ ਸਕਦੇ ਹੋ, ਬੰਦ ਵੀ ਕਰ ਸਕਦੇ ਹੋ, ਖੋਲ੍ਹ ਵੀ ਸਕਦੇ ਹੋ। ਇਸੇ ਤਰ੍ਹਾਂ ਸਟੋਰੇਜ ਡਿਵਾਈਸ ਜਿਹੜੀ ਅਗਲੀ ਹੈ ਉਹ ਹਾਰਡ ਡਿਸਕ ਦੀ ਥਾਂ 'ਤੇ ਅੱਜ ਜਿਹਨੇ ਥਾਂ ਲੈ ਲਈ ਹੈ ਉਹਨੂੰ ਅਸੀਂ ਕਹਿੰਦੇ ਹਾਂ SSD, ਸੋਲਿਡ ਸਟੇਟ ਡਿਵਾਈਸ। ਸੋ SSD ਰੇਟ ਜ਼ਿਆਦਾ ਹੈ, ਕੀਮਤਾਂ ਜ਼ਿਆਦਾ ਨੇ ਹਾਰਡ ਡਿਸਕ ਨਾਲੋਂ, ਪਰ ਬਹੁਤ ਫਾਸਟ ਹੈ। ਉਸ ਕਰਕੇ ਜਿਹੜੇ ਲੋਕ ਤੇਜ਼ੀ ਨਾਲ ਕੰਪਿਊਟਰ ਵਰਤਣਾ ਚਾਹੁੰਦੇ ਨੇ ਉਹ ਹਾਰਡ ਡਿਸਕ ਦੀ ਥਾਂ 'ਤੇ SSD ਲਗਵਾ ਸਕਦੇ ਨੇ। ਅਤੇ ਸਾਡੇ ਕੋਲ ਅਗਲੀ ਜਿਹੜੀ ਸਟੋਰੇਜ ਡਿਵਾਈਸ ਹੈ ਉਹ ਪੈਨ ਡਰਾਈਵ ਅਤੇ ਮੈਮਰੀ ਕਾਰਡ ਹੈ। ਪੈਨ ਡਰਾਈਵ ਅਤੇ ਮੈਮਰੀ ਕਾਰਡ ਨੂੰ ਅਸੀਂ ਫਲੈਸ਼ ਡਰਾਈਵ ਕਹਿੰਦੇ ਹਾਂ। ਇਹਨੂੰ ਕੰਪਿਊਟਰ ਦੀ USB ਪੋਰਟ ਦੇ ਵਿੱਚ ਸਿੱਧਾ ਹੀ ਲਗਾ ਸਕਦੇ ਹਾਂ, ਔਰ ਇਹਨਾਂ ਦੀ ਵਰਤੋਂ ਅੱਜ ਕੱਲ੍ਹ ਬਹੁਤ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਪਰ ਪੈਨ ਡਰਾਈਵ ਦੀ ਵਰਤੋਂ ਬੜੀ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਵਾਇਰਸ ਹੋਣ ਦੀ ਸਥਿਤੀ ਵਿੱਚ ਜੇ ਪੈਨ ਡਰਾਈਵ ਤੁਸੀਂ ਆਪਣੇ ਕੰਪਿਊਟਰ ਨੂੰ ਲਗਾ ਲਈ ਤਾਂ ਤੁਹਾਡਾ ਕੰਪਿਊਟਰ ਵੀ ਖਰਾਬ ਹੋ ਜਾਏਗਾ, ਉਹ ਵੀ ਵਾਇਰਸ ਗ੍ਰਸਤ ਹੋ ਜਾਏਗਾ। ਇਸੇ ਤਰ੍ਹਾਂ ਸਾਡੇ ਕੋਲ ਬਹੁਤ ਹੀ ਮਹੱਤਵਪੂਰਨ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਤੇ ਭਵਿੱਖ ਦੇ ਵਿੱਚ ਜਿਹੜਾ ਸਟੋਰੇਜ ਡਿਵਾਈਸ ਹੈ ਉਹਦਾ ਨਾਮ ਹੈ ਕਲਾਊਡ ਸਟੋਰੇਜ। ਤੁਸੀਂ ਡਾਟੇ ਨੂੰ ਆਪਣੇ ਕੰਪਿਊਟਰ ਦੇ ਵਿੱਚ ਨਹੀਂ ਸਾਂਭਣਾ, ਤੁਸੀਂ ਚਾਹੁੰਦੇ ਹੋ ਕਿ ਡਾਟਾ ਇੰਟਰਨੈਟ ਦੇ ਉੱਤੇ ਆਨਲਾਈਨ ਸੇਵ ਕੀਤਾ ਜਾਵੇ, ਤਾਂ ਤੁਸੀਂ ਗੂਗਲ ਡਰਾਈਵ ਜਾਂ ਮਾਈਕਰੋਸੌਫਟ ਦੀ ਵਨ ਡਰਾਈਵ ਦੇ ਉੱਤੇ ਡਾਟਾ ਸਟੋਰ ਕਰ ਸਕਦੇ ਹੋ। ਤਾਂ ਜਿਹੜੀਆਂ
ਕਲਾਊਡ ਸਟੋਰੇਜ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਨੇ ਉਹ ਕੁਝ ਹੱਦ ਤੱਕ ਤੁਹਾਨੂੰ ਫ੍ਰੀ ਦੇ ਵਿੱਚ ਸੇਵਾ ਵੀ ਦਿੰਦੀਆਂ ਨੇ, ਜਿਵੇਂ 14-15 GB ਤੱਕ ਗੂਗਲ ਡਰਾਈਵ ਦੇ ਵਿੱਚ ਤੁਸੀਂ ਫ੍ਰੀ 'ਚ ਡਾਟਾ ਰੱਖ ਸਕਦੇ ਹੋ। ਉਹ ਜ਼ਿਆਦਾ ਰੱਖਣਾ ਹੈ ਤਾਂ ਖਰੀਦ ਸਕਦੇ ਹੋ। ਇਹ ਸੀਗੇ ਸਟੋਰੇਜ ਡਿਵਾਈਸਿਸ, ਵੱਖਰੇ ਨਾਮ। ਗੱਲ ਅਸੀਂ ਇਨਪੁੱਟ ਦੀ ਕਰਦੇ ਹਾਂ। ਇਨਪੁੱਟ ਕੰਪਿਊਟਰ ਨੂੰ ਦਿੱਤਾ ਜਾਣ ਵਾਲਾ ਡਾਟਾ ਤੇ ਹਦਾਇਤਾਂ, ਉਹਨੂੰ ਇਨਪੁੱਟ ਕਹਿੰਦੇ ਆ। ਇਨਪੁੱਟ ਭਾਗ ਉਹ ਹਿੱਸੇ ਨੇ ਜਿਹੜੇ ਕੰਪਿਊਟਰ ਨੂੰ ਇਨਫੋਰਮੇਸ਼ਨ ਦਿੰਦੇ ਨੇ, ਸਾਡੇ ਕੋਲੋਂ ਲੈ ਕੇ, ਮਨੁੱਖ ਤੋਂ ਲੈ ਕੇ। ਮਨੁੱਖ ਇਨਫੋਰਮੇਸ਼ਨ ਕਿਸ ਭਾਸ਼ਾ ਵਿੱਚ ਦੇਗਾ? ਅੰਗਰੇਜ਼ੀ ਵਿੱਚ ਦੇਗਾ, ਮੈਥ ਦੀ ਲੈਂਗੁਏਜ ਵਿੱਚ ਦੇਵੇਗਾ, ਪਰ ਕੰਪਿਊਟਰ ਕਿਹੜੀ ਭਾਸ਼ਾ ਵਿੱਚ ਸਮਝਦਾ ਹੈ? 0-1 ਵਾਲੀ ਬਾਈਨਰੀ ਭਾਸ਼ਾ ਵਿੱਚ ਸਮਝਦਾ ਹੈ। ਸੋ ਇਹ ਇਨਪੁੱਟ ਭਾਗ ਦਾ ਹੀ ਫਰਜ਼ ਹੁੰਦਾ ਹੈ ਕਿ ਉਹ ਸਾਡੀ ਭਾਸ਼ਾ ਨੂੰ ਸਮਝੇ ਤੇ ਉਹਨੂੰ ਬਦਲ ਕੇ ਕੰਪਿਊਟਰ ਦੇ ਸਮਝਣਯੋਗ ਰੂਪ ਵਿੱਚ ਬਦਲ ਕੇ ਕੰਪਿਊਟਰ ਨੂੰ ਦੇ ਦੇਵੇ, ਯਾਨੀ ਕਿ ਅਸੀਂ ਜੋ ਕੋਈ ਟਾਈਪ ਕੀਤਾ ਹੈ ਉਹਨੂੰ 0-1 ਦੇ ਵਿੱਚ ਬਦਲ ਕੇ ਕੰਪਿਊਟਰ ਨੂੰ ਦੇ ਦੇਵੇ। ਸੋ ਜੇ ਤੁਸੀਂ ਕੰਪਿਊਟਰ ਨੂੰ ਇਨਪੁੱਟ ਟਾਈਪ ਕਰਕੇ ਦੇਣਾ ਚਾਹੁੰਦੇ ਹੋ ਤਾਂ ਕੀਬੋਰਡ ਤੁਹਾਡੇ CPU ਦੇ ਨਾਲ, ਕੰਪਿਊਟਰ ਦੇ ਨਾਲ ਲੱਗਿਆ ਹੋਣਾ ਚਾਹੀਦਾ ਹੈ। ਕਲਿੱਕ ਕਰਕੇ ਦੇਣਾ ਚਾਹੁੰਦੇ ਹੋ ਤਾਂ ਮਾਊਸ ਲੱਗਿਆ ਹੋਣਾ ਚਾਹੀਦਾ ਹੈ। ਜੇ ਤੁਸੀਂ ਸਕੈਨ ਕਰਕੇ ਦੇਣਾ ਚਾਹੁੰਦੇ ਹੋ ਤਾਂ ਸਕੈਨਰ ਲੱਗਿਆ ਹੋਣਾ ਚਾਹੀਦਾ ਹੈ। ਬੋਲ ਕੇ ਦੇਣਾ ਚਾਹੁੰਦੇ ਹੋ ਤਾਂ ਮਾਈਕਰੋਫੋਨ ਲੱਗਿਆ ਹੋਣਾ ਚਾਹੀਦਾ। ਫੋਟੋ ਖਿੱਚ ਕੇ ਜਾਂ ਵੀਡੀਓ ਬਣਾ ਕੇ ਦੇਣਾ ਚਾਹੁੰਦੇ ਹੋ ਤਾਂ ਤੁਹਾਡੇ ਕੰਪਿਊਟਰ ਦੇ ਨਾਲ ਵੈਬਕੈਮ ਜਾਂ ਡਿਜੀਟਲ ਕੈਮਰਾ ਲੱਗਿਆ ਹੋਣਾ ਚਾਹੀਦਾ। ਹਾਲਾਂਕਿ ਹੋਰ ਵੀ ਬਹੁਤ ਸਾਰੇ ਇਨਪੁੱਟ ਯੂਨਿਟ ਨੇ, ਜਿਵੇਂ ਕਿ ਜੋਇਸਟਿਕ ਹੈ, ਲਾਈਟ ਪੈਨ ਹੈ, ਟੱਚ ਸਕਰੀਨ ਹੈ ਜਾਂ ਟੱਚ ਪੈਨਲ ਹੈ। ਤਾਂ ਗੱਲ ਅਸੀਂ ਕਰਦੇ ਹਾਂ ਆਊਟਪੁੱਟ ਦੀ। ਕੰਪਿਊਟਰ ਪ੍ਰੋਸੈਸਿੰਗ ਤੋਂ ਬਾਅਦ ਜਿਹੜਾ ਨਤੀਜਾ ਸਾਨੂੰ ਦਿੰਦਾ ਹੈ ਉਹਨੂੰ ਅਸੀਂ ਆਊਟਪੁੱਟ ਕਹਿੰਦੇ ਹਾਂ। ਆਊਟਪੁੱਟ ਯੂਨਿਟ ਉਹ ਹੁੰਦੇ ਨੇ ਜਿਹੜੇ ਸਾਨੂੰ ਆਊਟਪੁੱਟ ਦਿੰਦੇ ਨੇ, ਜਾਂ ਦੂਸਰੇ ਸ਼ਬਦਾਂ 'ਚ ਕਹੀਏ ਤਾਂ ਕੰਪਿਊਟਰ ਜਿਹੜੀ ਆਊਟਪੁੱਟ ਪੈਦਾ ਕਰਦਾ ਹੈ ਉਸ ਅਸੀਂ ਸਮਝ ਨਹੀਂ ਸਕਦੇ, ਕਿਉਂਕਿ 0-1 ਦੇ ਫਾਰਮ ਦੇ ਵਿੱਚ ਹੁੰਦੀ ਹੈ। ਤਾਂ ਆਊਟਪੁੱਟ ਯੂਨਿਟ ਦਾ ਇਹ ਫਰਜ਼ ਹੁੰਦਾ ਹੈ ਕਿ ਉਹ ਕੰਪਿਊਟਰ ਦੀ ਭਾਸ਼ਾ ਨੂੰ ਮਨੁੱਖ ਦੇ ਸਮਝਣਯੋਗ ਰੂਪ ਵਾਲੀ ਭਾਸ਼ਾ ਵਿੱਚ ਬਦਲ ਕੇ ਸਾਨੂੰ ਦੇਵੇ। ਹੁਣ ਡਿਪੈਂਡ ਕਰਦਾ ਹੈ, ਨਿਰਭਰ ਕਰਦਾ ਹੈ ਕਿ ਆਊਟਪੁੱਟ ਕਿਵੇਂ ਲੈਣੀ ਹੈ। ਤੁਸੀਂ ਦੇਖਣਾ ਚਾਹੁੰਦੇ ਹੋ ਪਰਦੇ 'ਤੇ ਤਾਂ ਤੁਹਾਡੇ CPU ਦੇ ਨਾਲ ਮੋਨੀਟਰ ਲੱਗਿਆ ਹੋਣਾ ਚਾਹੀਦਾ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਆਊਟਪੁੱਟ ਵੇਖਣਾ ਚਾਹੁੰਦੇ ਨੇ ਤਾਂ ਪ੍ਰੋਜੈਕਟਰ ਲੱਗਿਆ ਹੋਣਾ ਚਾਹੀਦਾ। ਤੁਸੀਂ ਕਾਗਜ਼ 'ਤੇ ਛਾਪਣਾ ਤਾਂ ਪ੍ਰਿੰਟਰ ਲੱਗਿਆ ਹੋਣਾ ਚਾਹੀਦਾ। ਜੇ ਤੁਸੀਂ ਵੱਡੇ ਕਾਗਜ਼ ਦੇ ਉੱਤੇ ਪਲੋਟ ਕਰਨਾ ਹੈ ਕੁਝ ਤਾਂ ਪਲੋਟਰ ਲੱਗਿਆ ਹੋਣਾ ਚਾਹੀਦਾ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਆਊਟਪੁੱਟ ਡਿਵਾਈਸਿਸ ਹੁੰਦੀਆਂ ਨੇ। ਸੋ ਇਸ ਤਰੀਕੇ ਦੇ ਨਾਲ ਸਾਡਾ ਕੰਪਿਊਟਰ ਕੰਮ ਕਰਦਾ। 3 ਬਕਸਿਆਂ ਦੀ ਮਦਦ ਨਾਲ ਕੰਪਿਊਟਰ ਦੀ ਬਲੌਕ ਡਾਇਗਰਾਮ ਬਣਦੀ ਹੈ। CPU ਦੇ ਵਿੱਚ ਜਿਹੜਾ ਫੰਕਸ਼ਨ ਹੈ, CPU ਕੰਮ ਕਿਵੇਂ ਕਰਦਾ ਹੈ, ਬੜੇ ਭਲੀ ਭਾਂਤ ਤੁਸੀਂ ਸਮਝ ਚੁੱਕੇ ਹੋ। ਅੱਗੇ ਗੱਲ ਕਰਦੇ ਹਾਂ ਸੌਫਟਵੇਅਰ ਦੀਆਂ ਕਿਸਮਾਂ, ਜਾਂ ਇਹ ਕਹਿ ਲਈਏ ਕਿ ਕੰਪਿਊਟਰ ਨੂੰ ਬਣਾਉਣ ਵਾਲੇ ਮੁੱਖ 2 ਤੱਤ ਜਾਂ 2 ਚੀਜ਼ਾਂ ਕਿਹੜੀਆਂ ਨੇ? 2 ਚੀਜ਼ਾਂ ਨੇ, ਹਾਰਡਵੇਅਰ ਤੇ ਸੌਫਟਵੇਅਰ। ਹਾਰਡਵੇਅਰ ਉਹ ਭਾਗ ਨੇ ਜਿਹੜੇ ਭੌਤਿਕ ਭਾਗ ਨੇ, ਫਿਜ਼ੀਕਲ ਕੰਪੋਨੈਂਟ ਨੇ, ਕੰਪਿਊਟਰ ਦੇ ਵਿੱਚ ਲੱਗੇ ਹੋਏ ਨੇ, ਦਿਖਦੇ ਨੇ, ਹੱਥ ਲਾਇਆ ਜਾ ਸਕਦਾ ਹੈ, ਭਾਰ ਹੈ ਉਹਨਾਂ ਦਾ, ਥਾਂ ਘੇਰਦੇ ਨੇ, ਤਾਂ ਉਹ ਹਾਰਡਵੇਅਰ ਭਾਗ ਨੇ। ਹਾਰਡਵੇਅਰ ਭਾਗਾਂ ਦੇ ਵਿੱਚ ਸਾਰੇ ਇਨਪੁੱਟ ਯੂਨਿਟ ਨੇ, ਆਊਟਪੁੱਟ, ਸਟੋਰੇਜ, ਨੈਟਵਰਕਿੰਗ ਲਈ ਵਰਤੇ ਜਾਣ ਵਾਲੇ ਯੂਨਿਟ, CPU ਦੇ ਵਿੱਚ ਜਿੰਨੇ ਵੀ ਹਿੱਸੇ ਨੇ, ਰੈਮ ਹੈ, ਰੋਮ ਹੈ, ਫੈਨ ਹੈ, ਵਿੱਚ ਤਾਰਾਂ ਨੇ ਜਿਨ੍ਹਾਂ ਨੂੰ ਬੱਸਿਸ ਕਹਿੰਦੇ ਆ, ਉਹ ਸਾਰਾ ਕੁਝ ਹਾਰਡਵੇਅਰ ਹੈ। ਇੱਥੋਂ ਤੱਕ ਕਿ CD ਉਹ ਵੀ ਹਾਰਡਵੇਅਰ ਹੈ। ਪਰ ਜਿਹੜੇ ਪ੍ਰੋਗਰਾਮ ਹੁੰਦੇ ਨੇ, ਸੈੱਟ ਆਫ ਇੰਸਟਰਕਸ਼ਨਸ, ਹਦਾਇਤਾਂ ਦੇ ਸਮੂਹ, ਉਹਨਾਂ ਨੂੰ ਅਸੀਂ ਪ੍ਰੋਗਰਾਮ ਜਾਂ ਸੌਫਟਵੇਅਰ ਕਹਿੰਦੇ ਆ। ਸੌਫਟਵੇਅਰ ਜਿਹੜੇ ਨੇ ਉਹ ਪਕੜੇ ਨਹੀਂ ਜਾ ਸਕਦੇ, ਕੰਪਿਊਟਰ ਦੇ ਉੱਤੇ ਚੱਲਦੇ ਨੇ। ਕੰਪਿਊਟਰ ਦੇ ਉੱਤੇ ਸੌਫਟਵੇਅਰ ਬਣਾਉਣ ਦੇ ਲਈ ਇੱਕ ਖਾਸ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਹਨੂੰ ਪ੍ਰੋਗਰਾਮਿੰਗ ਲੈਂਗੁਏਜ ਕਹਿੰਦੇ ਆ, ਜਿਵੇਂ C++, ਜਾਵਾ, VB, ਇਹ ਸਾਰੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਨੇ। ਅਤੇ ਜਿਹੜੇ ਬੰਦੇ ਪ੍ਰੋਗਰਾਮਿੰਗ ਭਾਸ਼ਾਵਾਂ ਸਿੱਖ ਲੈਂਦੇ ਨੇ ਅਤੇ ਪ੍ਰੋਗਰਾਮ ਜਾਂ ਸੌਫਟਵੇਅਰ ਬਣਾਉਂਦੇ ਨੇ, ਉਹਨਾਂ ਨੂੰ ਸੌਫਟਵੇਅਰ ਡਿਵੈਲਪਰ ਜਾਂ ਪ੍ਰੋਗਰਾਮਰ ਕਹਿੰਦੇ ਆ। ਤਾਂ ਪ੍ਰੋਗਰਾਮ ਬਣਾ ਕੇ ਪ੍ਰੋਗਰਾਮਰ ਬਣਿਆ ਜਾ ਸਕਦਾ ਹੈ, ਸੌਫਟਵੇਅਰ ਬਣਾਏ ਜਾ ਸਕਦੇ ਨੇ। ਸੌਫਟਵੇਅਰ ਅਤੇ ਹਾਰਡਵੇਅਰ ਨੂੰ ਅੱਗੇ ਫਿਰ ਵੱਖਰੇ ਹਿੱਸਿਆਂ ਵਿੱਚ ਅਸੀਂ ਵੰਡ ਸਕਦੇ ਹਾਂ। ਜਿਵੇਂ ਹਾਰਡਵੇਅਰ ਦੀਆਂ ਜੇ ਕਿਸਮਾਂ ਦੀ ਗੱਲ ਕਰੀਏ ਤਾਂ ਉਹਦੀਆਂ ਕੈਟਾਗਰੀ ਸਾਡੇ ਕੋਲ 4 ਨੇ, ਇਨਪੁੱਟ ਭਾਗ, ਆਊਟਪੁੱਟ, ਸਟੋਰੇਜ, CPU ਖੁਦ, ਅਤੇ ਹੋਰ ਫੁਟਕਲ ਭਾਗ ਵੀ ਨੇ, ਜਿਵੇਂ ਕਿ ਇੰਟਰਨੈੱਟ ਦੇ ਵਿੱਚ ਵਰਤੇ ਜਾਣ ਵਾਲੀਆਂ ਤਾਰਾਂ,
ਇੰਟਰਨੈਟ ਵਿੱਚ ਵਰਤੇ ਜਾਣ ਵਾਲਾ ਮੋਡਮ, ਇੰਟਰਨੈਟ ਵਿੱਚ ਵਰਤੇ ਜਾਣ ਵਾਲੇ ਹੱਬ ਤੇ ਸਵਿਚ, ਇਹ ਸਾਰੀਆਂ ਚੀਜ਼ਾਂ ਫੁਟਕਲ ਦੇ ਵਿੱਚ ਆ ਜਾਂਦੀਆਂ ਨੇ। ਸੌਫਟਵੇਅਰ ਦੀ ਕਿਸਮਾਂ ਅਸੀਂ ਦੋ ਤਰੀਕਿਆਂ ਦੇ ਨਾਲ ਸੌਫਟਵੇਅਰ ਨੂੰ ਜਿਹੜਾ ਸ਼੍ਰੇਣੀਬੱਧ ਕਰ ਸਕਦੇ ਹਾਂ। ਪਹਿਲੇ ਸਾਡੇ ਕੋਲ ਜਿਹੜੇ ਸੌਫਟਵੇਅਰ ਨੇ, ਪਹਿਲੀ ਜਿਹੜੀ ਕਿਸਮ ਹੈ ਉਹ ਅਸੀਂ ਐਪਲੀਕੇਸ਼ਨ ਤੇ ਸਿਸਟਮ ਸੌਫਟਵੇਅਰ 'ਚ ਵੰਡਦੇ ਹਾਂ। ਸੌਫਟਵੇਅਰ ਦੋ ਤਰ੍ਹਾਂ ਦੇ ਨੇ, ਸਿਸਟਮ ਸੌਫਟਵੇਅਰ, ਐਪਲੀਕੇਸ਼ਨ ਸੌਫਟਵੇਅਰ। ਸਿਸਟਮ ਸੌਫਟਵੇਅਰ ਕੰਪਿਊਟਰ ਲਈ ਲਾਜ਼ਮੀ ਹੁੰਦੇ ਨੇ। ਕਿਸੇ ਵੀ ਕੰਪਿਊਟਰ ਨੂੰ, ਕਿਸੇ ਵੀ ਮਸ਼ੀਨ ਨੂੰ, ਇੱਥੋਂ ਤੱਕ ਕਿ ਮੋਬਾਈਲ ਫੋਨ ਨੂੰ ਵੀ ਚਲਾਉਣ ਲਈ ਸਿਸਟਮ ਸੌਫਟਵੇਅਰ ਦਾ ਹੋਣਾ ਜ਼ਰੂਰੀ ਹੈ। ਐਪਲੀਕੇਸ਼ਨ ਸੌਫਟਵੇਅਰ ਐਪਸ ਨੇ ਜਿਹੜੀਆਂ ਲੋੜ ਅਨੁਸਾਰ ਅਸੀਂ ਆਪਣੇ ਕੰਪਿਊਟਰ ਜਾਂ ਸਮਾਰਟਫੋਨ ਦੇ ਵਿੱਚ ਭਰ ਲੈਂਦੇ ਹਾਂ। ਸਿਸਟਮ ਸੌਫਟਵੇਅਰ ਦੇ ਅੱਗੇ ਫਿਰ ਕਈ ਹਿੱਸੇ ਨੇ। ਪਹਿਲਾ ਭਾਗ ਹੈ ਆਪਰੇਟਿੰਗ ਸਿਸਟਮ। ਤਾਂ ਪੁੱਛਿਆ ਜਾਵੇ ਕਿ ਆਪਰੇਟਿੰਗ ਸਿਸਟਮ ਕੀ ਹੈ, ਤੇ ਆਪਰੇਟਿੰਗ ਸਿਸਟਮ ਸਿਸਟਮ ਸੌਫਟਵੇਅਰ ਹੈ, ਯਾਨੀ ਕਿ ਸੌਫਟਵੇਅਰ ਦਾ ਭਾਗ ਹੈ। ਤੇ ਆਪਰੇਟਿੰਗ ਸਿਸਟਮ ਯਾਨੀ ਕਿ ਸੰਚਾਲਨ ਪ੍ਰਣਾਲੀ। ਕਿਸੇ ਵੀ ਕੰਪਿਊਟਰ ਜਾਂ ਕੰਪਿਊਟਰੀ ਯੰਤਰ ਦੇ ਵਿੱਚ ਕੰਮ ਕਰਨ ਦੇ ਲਈ ਉਸ ਯੰਤਰ ਨੂੰ ਤਿਆਰ ਕਰਨਾ ਜਦੋਂ, ਤਾਂ ਉਹਦੇ 'ਚ ਆਪਰੇਟਿੰਗ ਸਿਸਟਮ ਕੋਈ ਨਾ ਕੋਈ ਹੋਣਾ ਲਾਜ਼ਮੀ ਹੈ। ਜਿਵੇਂ ਆਪਣੇ ਕੰਪਿਊਟਰਾਂ ਦੇ ਵਿੱਚ ਵਿੰਡੋਜ਼ ਹੈ, ਵਿੰਡੋਜ਼ ਦਾ ਵੀ ਅੱਗੇ ਵਰਜ਼ਨ ਹੈ ਵਿੰਡੋ 10, ਵਿੰਡੋ 11। ਇਸੇ ਤਰ੍ਹਾਂ ਕੋਈ ਲਾਈਨੈਕਸ ਵਰਤਦਾ ਹੈ, ਕੋਈ ਯੂਨਿਕਸ ਵਰਤਦਾ ਹੈ। ਮੋਬਾਈਲ ਫੋਨਾਂ ਦੇ ਵਿੱਚ ਐਪਲ ਹੈ, ਸਾਡੇ ਕੋਲੇ ਜਿਹੜਾ ਵਿੰਡੋਜ਼ ਫੋਨ ਹੈ, ਔਰ ਐਂਡਰਾਇਡ ਫੋਨ ਸਭ ਤੋਂ ਵੱਧ ਵਰਤਦੇ ਹਾਂ। ਤਾਂ ਐਂਡਰਾਇਡ ਕੀ ਹੈ? ਆਪਰੇਟਿੰਗ ਸਿਸਟਮ। ਤਾਂ ਆਪਰੇਟਿੰਗ ਸਿਸਟਮ ਵੀ ਸਿਸਟਮ ਸੌਫਟਵੇਅਰ ਹੈ, ਯਾਨੀ ਕਿ ਇੱਥੇ ਸਾਡੇ ਕੋਲ ਕੋਈ ਚੋਇਸ ਨਹੀਂ, ਇਹ ਕੋਈ ਨਾ ਕੋਈ ਆਪਰੇਟਿੰਗ ਸਿਸਟਮ ਤਾਂ ਸਾਡੇ ਕੰਪਿਊਟਰ ਵਿੱਚ ਹੋਣਾ ਚਾਹੀਦਾ ਹੈ ਜਾਂ ਮੋਬਾਈਲ ਵਿੱਚ ਹੋਣਾ ਚਾਹੀਦਾ ਹੈ। ਦੂਸਰਾ ਹੈ ਸਾਡੇ ਕੋਲ ਯੂਟਿਲਿਟੀ। ਕੰਪਿਊਟਰ ਜਾਂ ਸਮਾਰਟਫੋਨ ਨੂੰ ਸੁਰੱਖਿਅਤ ਰੱਖਣ ਲਈ, ਉਹਦਾ ਸਹੀ ਯੂਜ਼ ਕਰਨ ਦੇ ਲਈ ਉਹਦੇ ਵਿੱਚ ਐਂਟੀਵਾਇਰਸ ਪ੍ਰੋਗਰਾਮ ਜਾਂ ਸਕੈਨ ਕਰਨ ਦੇ ਲਈ ਪ੍ਰੋਗਰਾਮ, ਹਾਰਡ ਡਿਸਕ ਨੂੰ ਚੈੱਕ ਕਰਨ ਦੇ ਲਈ, ਉਹਨੂੰ ਐਰਰ ਨੂੰ ਚੈੱਕ ਕਰਨ ਦੇ ਲਈ ਪ੍ਰੋਗਰਾਮ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਯੂਟਿਲਿਟੀਜ਼ ਕਹਿੰਦੇ ਹਾਂ। ਅੱਗੇ ਸਾਡੇ ਕੋਲ ਹੁੰਦਾ ਹੈ ਡਿਵਾਈਸ ਡਰਾਈਵਰ। ਅਸੀਂ ਆਪਣੇ ਕੰਪਿਊਟਰ ਦੇ ਨਾਲ ਵੱਖ-ਵੱਖ ਡਿਵਾਈਸਿਸ ਜੋੜਦੇ ਹਾਂ, ਜਿਵੇਂ ਪ੍ਰਿੰਟਰ ਜੋੜ ਲਿਆ, ਸਕੈਨਰ ਜੋੜ ਲਿਆ, ਤੁਸੀਂ USB ਪੋਰਟ ਦੇ ਉੱਤੇ ਕੋਈ ਵੈਬ ਕੈਮਰਾ ਜੋੜ ਲਿਆ। ਜਦੋਂ ਵੀ ਕੋਈ ਨਵਾਂ ਹਾਰਡਵੇਅਰ, ਨਵੀਂ ਡਿਵਾਈਸ ਜੋੜੀ ਜਾਂਦੀ ਹੈ ਤਾਂ ਉਹਨੂੰ ਚਲਾਉਣ ਵਾਸਤੇ ਛੋਟਾ ਪ੍ਰੋਗਰਾਮ ਚਾਹੀਦਾ, ਜਿਹਨੂੰ ਅਸੀਂ ਡਰਾਈਵਰ ਕਹਿੰਦੇ ਹਾਂ, ਜਿਹਨੇ ਉਸ ਨੂੰ ਚਲਾਉਣਾ ਹੈ। ਸੋ ਉਹ ਜਿਹੜੇ ਡਿਵਾਈਸ ਡਰਾਈਵਰ ਨੇ ਉਹ ਵੀ ਸਿਸਟਮ ਸੌਫਟਵੇਅਰ ਦਾ ਭਾਗ ਨੇ। ਅਖੀਰਲਾ ਜਿਹੜਾ ਸਿਸਟਮ ਸੌਫਟਵੇਅਰ ਦਾ ਹਿੱਸਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਟਰਾਂਸਲੇਟਰ। ਇਹ ਮਨੁੱਖੀ ਟਰਾਂਸਲੇਟਰ ਨਹੀਂ ਨੇ, ਪ੍ਰੋਗਰਾਮ ਨੇ, ਸੌਫਟਵੇਅਰ ਨੇ ਜਿਹੜੇ ਟਰਾਂਸਲੇਸ਼ਨ ਦਾ ਕੰਮ ਕਰਦੇ ਨੇ। ਹੁਣ ਟਰਾਂਸਲੇਟਰ ਦੀ ਲੋੜ ਕੰਪਿਊਟਰ ਦੇ ਵਿੱਚ ਕਿਉਂ ਪਈ? ਬਿਲਕੁਲ ਪੈਂਦੀ ਹੈ। ਜਿਵੇਂ ਅਸੀਂ ਕਿਸੇ ਅਜਿਹੇ ਮੁਲਕ ਦੇ ਵਿੱਚ ਚਲੇ ਜਾਈਏ ਜਿੱਥੇ ਸਾਡੀ ਭਾਸ਼ਾ ਲੋਕ ਨਹੀਂ ਸਮਝ ਸਕਦੇ, ਤਾਂ ਸਾਨੂੰ ਵਿਚਾਲੇ ਕੋਈ ਟਰਾਂਸਲੇਟਰ ਰੱਖਣਾ ਪਊਗਾ ਜਿਹੜੀ ਸਾਡੀ ਭਾਸ਼ਾ ਨੂੰ ਸਮਝੇਗਾ ਅਤੇ ਉਹਨੂੰ ਅਨੁਵਾਦ ਕਰਕੇ ਅਗਲੇ ਦੀ ਭਾਸ਼ਾ ਦੇ ਵਿੱਚ ਦੱਸੇਗਾ। ਉਸੇ ਤਰ੍ਹਾਂ ਅਸੀਂ ਅੰਗਰੇਜ਼ੀ ਜਾਂ ਪੰਜਾਬੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹਾਂ ਕੰਪਿਊਟਰ ਦੇ ਵਿੱਚ, ਪਰ ਕੰਪਿਊਟਰ 0-1 ਵਾਲੀ ਬਾਈਨਰੀ ਭਾਸ਼ਾ ਹੀ ਸਮਝਦਾ ਹੈ। ਇਸ ਕਰਕੇ ਵਿਚਾਲੇ ਇੱਕ ਅਨੁਵਾਦਕ ਜਾਂ ਸਾਨੂੰ ਵਿਚੋਲਾ ਖੜਵਾਉਣਾ ਪੈਣਾ। ਉਹ ਕੋਈ ਮਨੁੱਖੀ ਅਨੁਵਾਦਕ ਨਹੀਂ ਹੈ, ਉਹ ਇੱਕ ਸੌਫਟਵੇਅਰ ਹੁੰਦਾ ਹੈ ਅਨੁਵਾਦਕ ਦੇ ਲਈ। ਤਾਂ ਇਸ ਅਨੁਵਾਦਕ ਸੌਫਟਵੇਅਰਾਂ ਦਾ ਵੀ ਬਹੁਤ ਵੱਡੀ ਲੋੜ ਹੈ ਅਤੇ ਇਹ ਵੀ ਸਿਸਟਮ ਸੌਫਟਵੇਅਰ ਦੇ ਭਾਗ ਹੁੰਦੇ ਨੇ। ਇਸੇ ਤਰ੍ਹਾਂ ਐਪਲੀਕੇਸ਼ਨ ਸੌਫਟਵੇਅਰ ਦੇ ਵੀ ਅਲੱਗ-ਅਲੱਗ ਹਿੱਸੇ ਨੇ। ਐਪਲੀਕੇਸ਼ਨ ਸੌਫਟਵੇਅਰ ਪਹਿਲੇ ਹੁੰਦੇ ਨੇ ਵਰਡ ਪ੍ਰੋਸੈਸਿੰਗ ਸੌਫਟਵੇਅਰ, ਜਿਵੇਂ ਕਿ ਮਾਈਕਰੋਸਾਫਟ ਵਰਡ, ਜਿਹਦੇ ਵਿੱਚ ਟਾਈਪ ਕਰਨ, ਐਡਿਟ ਕਰਨ, ਫਾਰਮੈਟਿੰਗ ਕਰਨ, ਪ੍ਰਿੰਟਿੰਗ ਕਰਨ, ਸਪੈਲ ਚੈੱਕਰ, ਗ੍ਰਾਮਰ ਚੈੱਕਰ ਚਲਾਉਣ, ਟੇਬਲ ਲਗਾਉਣ, ਮੇਲ ਮਰਜ, ਮੈਕਰੋ ਚਲਾਉਣ, ਇਹ ਸਾਰੀਆਂ ਸੁਵਿਧਾਵਾਂ ਹੋਣ, ਉਹਨਾਂ ਨੂੰ ਅਸੀਂ ਵਰਡ ਪ੍ਰੋਸੈਸਿੰਗ ਸੌਫਟਵੇਅਰ ਕਹਿੰਦੇ ਹਾਂ। ਦੂਸਰੇ ਹੁੰਦੇ ਨੇ ਸਾਡੇ ਕੋਲ ਸਪਰੈਡਸ਼ੀਟ ਪ੍ਰੋਗਰਾਮ। ਸਪਰੈਡਸ਼ੀਟ ਪ੍ਰੋਗਰਾਮਾਂ ਦੇ ਵਿੱਚ ਇੱਕ ਬਹੁਤ ਵੱਡਾ ਟੇਬਲ ਦੇ ਰੂਪ ਦੇ ਵਿੱਚ ਸੈੱਲ ਖੁੱਲ੍ਹਦੇ ਨੇ, ਜਿਹਦੇ ਵਿੱਚ ਤੁਸੀਂ ਕੈਲਕੂਲੇਸ਼ਨ ਕਰ ਸਕਦੇ ਹੋ, ਗਣਨਾ ਕਰ ਸਕਦੇ ਹੋ, ਹਿਸਾਬ ਕਿਤਾਬ ਕਰ ਸਕਦੇ ਹੋ, ਜਿਵੇਂ ਕਿ ਮਾਈਕਰੋਸਾਫਟ ਐਕਸਲ। ਇਸੇ ਤਰ੍ਹਾਂ ਤੀਜੀ ਜਿਹੜੀ ਕਿਸਮ ਹੈ ਐਪਲੀਕੇਸ਼ਨ ਸੌਫਟਵੇਅਰਾਂ ਦੀ, ਉਹ ਹੈ ਪ੍ਰੈਜੈਂਟੇਸ਼ਨ ਸੌਫਟਵੇਅਰ। ਜਦੋਂ ਤੁਸੀਂ ਕੋਈ ਲੈਕਚਰ ਦੇਣਾ ਹੈ, ਪ੍ਰੈਜੈਂਟ ਕਰਨਾ ਹੈ, ਇੱਕ ਬਹੁਤ ਵੱਡੇ ਇਕੱਠ ਦੇ ਵਿੱਚ ਸੰਬੋਧਨ ਕਰਨਾ ਹੈ, ਤਾਂ ਸਲਾਈਡਾਂ ਬਣਾ ਕੇ ਲੈ ਜਾਓਗੇ। ਉਹਦੇ ਲਈ ਪਾਵਰ ਪੁਆਇੰਟ ਜਿਹੜਾ ਹੈ ਬਹੁਤ ਵਧੀਆ ਉਦਾਹਰਣ ਹੈ। ਇਸੇ ਤਰ੍ਹਾਂ ਸਾਡੇ ਕੋਲ ਗ੍ਰਾਫਿਕ ਸੌਫਟਵੇਅਰ ਨੇ, ਜਿਨ੍ਹਾਂ ਦੇ ਵਿੱਚ ਫੋਟੋਆਂ ਬਣਾਈਆਂ ਜਾਂਦੀਆਂ, ਜਿਵੇਂ ਫੋਟੋਸ਼ਾਪ ਹੈ, ਪੇਂਟ ਹੈ। ਸੋ ਇਸ ਤਰ੍ਹਾਂ ਐਪਲੀਕੇਸ਼ਨ ਸੌਫਟਵੇਅਰ ਯਾਨੀ ਕਿ ਐਪਸ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ। ਸੋ ਇਹ ਸੌਫਟਵੇਅਰ ਦੀਆਂ ਕਿਸਮਾਂ ਸੀਗੀਆਂ ਐਪਲੀਕੇਸ਼ਨ ਅਤੇ ਸਿਸਟਮ ਸੌਫਟਵੇਅਰ ਦੇ ਹਿਸਾਬ ਨਾਲ। ਅੱਗੇ ਸਾਡੇ ਕੋਲ ਸੌਫਟਵੇਅਰ ਦੀਆਂ ਕਿਸਮਾਂ ਦੇ ਵਿੱਚ ਤਿੰਨ ਜਿਹੜੇ ਸ਼ਬਦ ਨੇ, ਤਿੰਨ ਟਰਮ ਜਿਹੜੀਆਂ ਨੇ ਬੜੀਆਂ ਮਕਬੂਲ ਨੇ। ਪਹਿਲੀ ਹੈ ਸ਼ੇਅਰਵੇਅਰ, ਦੂਸਰੀ ਹੈ ਫਰੀਵੇਅਰ ਅਤੇ ਤੀਸਰੀ ਹੈ ਓਪਨ ਸੋਰਸ।
ਕੋਈ ਵੀ ਐਪਲੀਕੇਸ਼ਨ ਸੌਫਟਵੇਅਰ ਬਣਾਇਆ ਜਾਂਦਾ ਹੈ ਤਾਂ ਕੰਪਿਊਟਰ ਦੀ ਪ੍ਰੋਗਰਾਮਿੰਗ ਭਾਸ਼ਾ ਦੇ ਵਿੱਚ ਬਣਾਇਆ ਜਾਂਦਾ ਹੈ। ਪ੍ਰੋਗਰਾਮਿੰਗ ਭਾਸ਼ਾ ਦੇ ਵਿੱਚ ਜਦੋਂ ਅਸੀਂ ਸੌਫਟਵੇਅਰ ਬਣਾ ਲੈਂਦੇ ਹਾਂ ਤਾਂ ਉਹਦੇ ਦੋ ਹਿੱਸੇ ਹੋ ਜਾਂਦੇ ਨੇ, ਇੱਕ ਜਿਹੜਾ ਯੂਜ਼ਰ ਨੂੰ ਵਰਤੋਂਕਾਰਾਂ ਨੂੰ ਦੇਣਾ ਹੈ ਵਰਤਣ ਵਾਸਤੇ, ਤੇ ਦੂਸਰਾ ਉਹਦਾ ਕੋਡ ਹੁੰਦਾ ਹੈ, ਸੋਰਸ ਕੋਡ, ਜਿਹੜਾ ਕਿ ਡਿਵੈਲਪਰ ਪ੍ਰੋਗਰਾਮ ਬਣਾਉਣ ਵਾਲਾ ਆਪਣੇ ਕੋਲ ਰੱਖਦਾ ਹੈ ਤਾਂ ਜੋ ਕੋਈ ਸੋਧ ਕਰਨੀ ਪਵੇ ਤਾਂ ਕੋਡਿੰਗ ਦੇ ਵਿੱਚ ਕਰਕੇ ਨਵਾਂ ਵਰਜ਼ਨ ਲਾਂਚ ਕੀਤਾ ਜਾ ਸਕੇ। ਪਰ ਕਈ ਸੌਫਟਵੇਅਰ ਐਸੇ ਨੇ ਜਿੱਥੇ ਐਪਲੀਕੇਸ਼ਨ ਸੌਫਟਵੇਅਰ ਦੇ ਨਾਲ ਸੋਰਸ ਕੋਡ ਵੀ ਨਾਲ ਹੀ ਦੇ ਦਿੱਤਾ ਜਾਂਦਾ ਹੈ। ਅਜਿਹੇ ਸੌਫਟਵੇਅਰਾਂ ਨੂੰ ਅਸੀਂ ਓਪਨ ਸੋਰਸ ਸੌਫਟਵੇਅਰ ਕਹਿੰਦੇ ਹਾਂ, ਯਾਨੀ ਕਿ ਤੁਸੀਂ ਇਹ ਡਾਊਨਲੋਡ ਕਰੋਗੇ ਤਾਂ ਸੋਰਸ ਕੋਡ ਵੀ ਨਾਲ ਹੀ ਮਿਲੇਗਾ ਤੁਹਾਨੂੰ, ਔਰ ਤੁਹਾਨੂੰ ਖੁੱਲ੍ਹ ਹੈ ਕਿ ਤੁਸੀਂ ਉਸ ਸੌਫਟਵੇਅਰ ਵਿੱਚ ਸੁਧਾਰ ਕਰੋ, ਵਾਧਾ ਘਾਟਾ ਕਰੋ, ਆਪਣਾ ਨਾਮ ਲਿਖੋ ਅਤੇ ਵੰਡ ਦਿਓ ਲੋਕਾਂ ਨੂੰ। ਪਰ ਸ਼ਰਤ ਇਹ ਹੁੰਦੀ ਹੈ ਕਿ ਫ੍ਰੀ 'ਚ ਵੰਡਣਾ ਹੈ, ਉਹਦੀ ਕਮਾਈ ਨਹੀਂ ਕਰਨੀ। ਦੂਸਰਾ ਜਿਹੜਾ ਸ਼ੇਅਰਵੇਅਰ ਅਤੇ ਫ੍ਰੀਵੇਅਰ ਹੈ, ਇਹਨਾਂ ਦੇ ਵਿੱਚ ਇੱਕ ਚੀਜ਼ ਜਿਹੜੀ ਸਾਂਝੀ ਹੈ ਉਹ ਇਹ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਓਪਨ ਸੋਰਸ ਕੋਡ ਜਿਹੜਾ ਹੈ ਉਹ ਨਹੀਂ ਮਿਲਦਾ, ਸਿਰਫ ਸੌਫਟਵੇਅਰ ਹੀ ਮਿਲਦਾ ਚਲਾਉਣ ਦੇ ਲਈ। ਜਿਹੜਾ ਫ੍ਰੀਵੇਅਰ ਹੈ ਇਹ ਸੌਫਟਵੇਅਰ ਬਿਲਕੁਲ ਫ੍ਰੀ ਹੁੰਦੇ ਨੇ, ਮੁਫਤ ਹੁੰਦੇ ਨੇ, ਕਦੇ ਵੀ ਕੋਈ ਫੀਸ ਭਰਨ ਦੇ ਲਈ ਨਹੀਂ ਕਿਹਾ ਜਾਂਦਾ ਕੰਪਨੀ ਵੱਲੋਂ। ਪਰ ਸ਼ੇਅਰਵੇਅਰ ਕੁਝ ਸਮੇਂ ਲਈ ਇੱਕ ਟਰਾਇਲ ਪੀਰੀਅਡ ਤੱਕ ਤੁਹਾਡੇ ਕੋਲ ਫ੍ਰੀ ਰਹਿੰਦੇ ਨੇ, ਉਸ ਤੋਂ ਬਾਅਦ ਕੰਪਨੀ ਕਹਿੰਦੀ ਹੈ ਕਿ ਤੁਸੀਂ ਇਸ ਨੂੰ ਖਰੀਦ ਲਓ। ਇੱਕ ਟਰਾਇਲ ਤੋਂ ਬਾਅਦ ਸਿਰਫ ਤੁਸੀਂ ਅਜਮਾਇਸ਼ੀ ਤੌਰ 'ਤੇ ਇਹਨੂੰ ਵਰਤ ਸਕਦੇ ਹੋ, ਤਾਂ ਜੋ ਕਈ ਵਾਰੀ ਯੂਜ਼ਰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ, ਸਵਾਲ ਹੁੰਦੇ ਨੇ ਕਿ ਇਹ ਸੌਫਟਵੇਅਰ ਮੇਰੇ ਕੰਮ ਆ ਸਕੇਗਾ ਕਿ ਨਹੀਂ। ਉਸ ਕਰਕੇ ਕੰਪਨੀ ਉਹਨਾਂ ਨੂੰ ਕੁਝ ਦਿਨ ਦੇ ਲਈ ਟਰਾਇਲ ਦਿੰਦੀ ਹੈ ਸ਼ੇਅਰ ਕਰਕੇ, ਉਸ ਤੋਂ ਬਾਅਦ ਉਹ ਖਰੀਦਣੇ ਪੈਂਦੇ ਨੇ। ਸੋ ਸ਼ੇਅਰਵੇਅਰ ਦੇ ਵਿੱਚ ਉਦਾਹਰਨ ਤੁਸੀਂ ਲੈ ਸਕਦੇ ਹੋ ਮਾਈਕਰੋਸਾਫਟ ਵਰਡ, ਐਕਸਲ, ਪਾਵਰ ਪੁਆਇੰਟ। ਤੁਸੀਂ 10 ਦਿਨ 21 ਦਿਨ ਮਹੀਨੇ ਲਈ ਫ੍ਰੀ 'ਚ ਵਰਤੋਗੇ, ਉਸ ਤੋਂ ਬਾਅਦ ਤੁਹਾਨੂੰ ਖਰੀਦਣਾ ਪਏਗਾ। ਇਸੇ ਤਰ੍ਹਾਂ ਨੋਰਟਨ ਐਂਟੀਵਾਇਰਸ ਹੈ ਜਾਂ ਹੋਰ ਕੋਈ ਐਂਟੀਵਾਇਰਸ ਹੈ, ਮਹੀਨੇ ਦੇ ਲਈ ਤੁਹਾਨੂੰ ਫ੍ਰੀ ਵਿੱਚ ਮਿਲਦਾ ਹੈ, ਉਸ ਤੋਂ ਬਾਅਦ ਟਰਾਇਲ ਤੋਂ ਬਾਅਦ ਤੁਹਾਨੂੰ ਖਰੀਦਣਾ ਪੈਂਦਾ। ਫ੍ਰੀਵੇਅਰ ਦੇ ਵਿੱਚ ਤੁਹਾਡੇ ਕੋਲ ਬਹੁਤ ਸਾਰੇ ਸੌਫਟਵੇਅਰ ਨੇ, ਜਿਵੇਂ ਜੀਮੇਲ ਹੈ, ਹਮੇਸ਼ਾ ਹੀ ਫ੍ਰੀ ਹੈ, ਕੋਈ ਟਰਾਇਲ ਨਹੀਂ ਹੈ, ਤਾਂ ਇੱਦਾਂ ਦੇ ਸੌਫਟਵੇਅਰ ਫ੍ਰੀਵੇਅਰ ਨੇ। ਓਪਨ ਸੋਰਸ ਜਿਵੇਂ ਤੁਸੀਂ ਆਡੀਓ ਐਡੀਟਿੰਗ ਦੇ ਲਈ ਆਡਾਸਿਟੀ ਸੌਫਟਵੇਅਰ ਵਰਤਦੇ ਹੋ, ਇਹ ਓਪਨ ਸੋਰਸ ਹੈ, ਉਹਦਾ ਕੋਡ ਵੀ ਮੁਫਤ ਵਿੱਚ ਅਵੇਲੇਬਲ ਹੈ। ਇਸ ਤਰ੍ਹਾਂ ਐਂਡਰੋਇਡ ਜਿਹੜਾ ਗੂਗਲ ਦਾ ਬਣਾਇਆ ਹੋਇਆ ਆਪਰੇਟਿੰਗ ਸਿਸਟਮ ਹੈ, ਉਹ ਵੀ ਸਾਡੇ ਕੋਲੇ ਓਪਨ ਸੋਰਸ ਹੈ। ਵੱਖ-ਵੱਖ ਕੰਪਨੀਆਂ ਜਿਹੜੀਆਂ ਮੋਬਾਈਲ ਬਣਾਉਣ ਵਾਲੀਆਂ, ਉਹ ਆਪਣੇ ਅਕੋਰਡਿੰਗ ਉਸ ਸੌਫਟਵੇਅਰ ਨੂੰ ਮੋਡੀਫਾਈ ਕਰਦੀਆਂ ਨੇ, ਪਰ ਉਹ ਮੂਲ ਰੂਪ ਦੇ ਵਿੱਚ ਐਂਡਰੋਇਡ ਹੈ, ਕਿਉਂਕਿ ਓਪਨ ਸੋਰਸ ਫ੍ਰੀ 'ਚ ਨਾਲ ਮਿਲ ਰਿਹਾ। ਸੋ ਇਸ ਤਰੀਕੇ ਨਾਲ ਤੁਸੀਂ ਸਮਝ ਸਕਦੇ ਹੋ ਕਿ ਸੌਫਟਵੇਅਰ ਦੀਆਂ ਕਈ ਕਿਸਮਾਂ ਨੇ ਅਤੇ ਹਰੇਕ ਕਿਸਮ ਦੇ ਬਾਰੇ ਤੁਹਾਡੀ ਪਕੜ ਹੋਣੀ ਚਾਹੀਦੀ ਹੈ। ਇਹ ਤਾਂ ਸੀ ਦੋਸਤੋ ਕੰਪਿਊਟਰ ਬਾਰੇ ਜਾਣਕਾਰੀ। ਅਤੇ ਹੁਣ ਅਸੀਂ ਇੰਟਰਨੈੱਟ ਦੇ ਬਾਰੇ ਥੋੜ੍ਹਾ ਜਿਹਾ ਵਿਸਥਾਰ ਦੇ ਨਾਲ ਜਾਣਾਂਗੇ। ਇੰਟਰਨੈੱਟ ਜਿਹੜਾ ਸ਼ਬਦ ਹੈ ਉਹ ਦੋ ਸ਼ਬਦਾਂ ਤੋਂ ਬਣਿਆ ਹੈ, ਇੰਟਰਨੈਸ਼ਨਲ ਨੈਟਵਰਕ। ਕਈ ਲੋਕ ਇਹਨੂੰ ਇੰਟਰਕਨੈਕਟਿਡ ਨੈਟਵਰਕ ਦਾ ਛੋਟਾ ਨਾਮ ਵੀ ਕਹਿ ਦਿੰਦੇ ਨੇ। ਸੋ ਇੰਟਰਨੈੱਟ ਇੰਟਰਕਨੈਕਟਿਡ ਨੈਟਵਰਕ ਹੋਵੇ ਜਾਂ ਇੰਟਰਨੈਸ਼ਨਲ ਨੈਟਵਰਕ, ਇਹ ਐਸਾ ਨੈਟਵਰਕ ਜਾਂ ਜਾਲ ਹੈ ਜਿਹੜਾ ਪੂਰੀ ਦੁਨੀਆ ਦੇ ਕੰਪਿਊਟਰਾਂ ਨੂੰ ਆਪਸ ਵਿੱਚ ਜੋੜ ਕੇ ਸੂਚਨਾਵਾਂ ਦਾ ਆਦਾਨ ਪ੍ਰਦਾਨ ਕਰਵਾ ਸਕਦਾ ਹੈ। ਔਰ ਆਪਾਂ ਕਹਿੰਦੇ ਹਾਂ ਕਿ ਲੋੜ ਕਾਢ ਦੀ ਮਾਂ ਹੈ, ਔਰ ਉਸੇ ਚੀਜ਼ ਦੀ ਪੂਰਤੀ ਲਈ ਇੰਟਰਨੈੱਟ ਦੀ ਜਿਹੜੀ ਕਾਢ ਹੋਈ ਹੈ ਉਹ ਇਸ ਅਖਾਣ ਦੀ ਪੁਸ਼ਟੀ ਕਰਦੀ ਹੈ। ਕਿਸ ਤਰ੍ਹਾਂ ਕਰਦੀ ਹੈ? ਅਮਰੀਕਾ ਦੀ ਧਰਤੀ ਦੇ ਉੱਤੇ ਕੁਛ ਇਸ ਤਰ੍ਹਾਂ ਦੀ ਲੋੜ ਪੈਦਾ ਹੋਈ ਕਿ ਜਿਹੜੇ ਫੌਜ ਸੀਗੀ, ਉੱਥੋਂ ਦੀ ਆਰਮੀ ਸੀਗੀ, ਆਰਮੀ ਜਦੋਂ ਮੈਸੇਜ ਲਗਾਉਂਦੀ ਸੀ ਸਰਕਾਰ ਤੱਕ, ਜਾਂ ਸਰਕਾਰ ਆਰਮੀ ਤੱਕ ਕੋਈ ਮੈਸੇਜ ਫੌਜ ਤੱਕ ਭੇਜਣਾ ਚਾਹੁੰਦਾ ਸੀ, ਤਾਂ ਰਸਤੇ 'ਚ ਮੈਸੇਜ ਕਈ ਵਾਰੀ ਲੀਕ ਹੋ ਜਾਂਦਾ ਸੀ, ਮੈਸੇਂਜਰ ਮੈਸੇਜ ਨੂੰ ਲੀਕ ਕਰ ਦਿੰਦਾ ਸੀ। ਸੋ ਉਸ ਵਜ੍ਹਾ ਕਰਕੇ ਸਰਕਾਰ ਨੇ ਅਰਪਾ ਨਾਂ ਦੀ ਇੱਕ ਕੰਪਨੀ ਹੈ, ਅਮਰੀਕਾ ਦੀ ਕੰਪਨੀ ਹੈ, ਉਹਨੂੰ ਕਿਹਾ ਕਿ ਕੋਈ ਐਸਾ ਨੈਟਵਰਕ ਜਾਂ ਐਸਾ ਸਿਸਟਮ ਬਣਾਓ ਕਿ ਅਸੀਂ ਆਪਣੇ ਕੰਪਿਊਟਰ ਦੇ ਵਿੱਚੋਂ ਮੈਸੇਜ ਭੇਜੀਏ ਅਤੇ ਉਹ ਸਿੱਧਾ ਹੀ ਉਸ ਕੰਪਿਊਟਰ ਦੇ ਵਿੱਚ ਪਹੁੰਚੇ ਜਿੱਥੇ ਅਸੀਂ ਭੇਜਣਾ ਚਾਹੁੰਦੇ ਹਾਂ। ਸੋ ਅਰਪਾ ਨਾਂ ਦੀ ਕੰਪਨੀ ਨੇ ਇੱਕ ਐਸਾ ਨੈਟਵਰਕ, ਐਸੀ ਤਕਨੀਕ ਬਣਾਈ। 1969 ਦੇ ਵਿੱਚ ਇਹ ਤਕਨੀਕ ਬਣੀ ਔਰ ਜਿਹਦਾ ਨਾਮ ਉਹਨਾਂ ਨੇ ARPANET ਰੱਖਿਆ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇੰਟਰਨੈੱਟ ਦਾ ਜਿਹੜਾ ਪਹਿਲਾ ਨਾਮ ਹੈ, ਮੁੱਢਲਾ ਨਾਮ,
ਉਹ ARPANET ਸੀ। ARPANET ਪਹਿਲਾਂ 3 ਕੰਪਿਊਟਰਾਂ ਨਾਲ ਜੋੜ ਕੇ ਬਣਾਇਆ ਗਿਆ, ਸੰਦੇਸ਼ ਭੇਜੇ ਗਏ, ਕਾਮਯਾਬ ਹੋਇਆ। ਹੌਲੀ ਹੌਲੀ ਸਮਾਂ ਪੈ ਗਿਆ, ਸਰਕਾਰ ਨੇ ਕਿਹਾ ਕਿ ਇਹ ਆਮ ਨਾਗਰਿਕਾਂ ਨੂੰ ਵੀ ਇਹਦਾ ਫਾਇਦਾ ਲੈਣਾ ਚਾਹੀਦਾ ਹੈ, ਤਾਂ ਫਿਰ ਇਹਦਾ ਨਾਮ ਇੰਟਰਨੈਟ ਰੱਖ ਦਿੱਤਾ ਗਿਆ ਅਤੇ ਆਮ ਲੋਕਾਂ ਦੇ ਲਈ ਇਹ ਨੈਟਵਰਕ ਸੇਵਾ ਜਿਹੜੀ ਹੈ ਉਹ ਖੋਲ੍ਹ ਦਿੱਤੀ ਗਈ ਅਤੇ ਲੋਕਾਂ ਨੇ ਫਾਇਦਾ ਲਿਆ। 1991-92 ਤੱਕ ਇਹ ਭਾਰਤ ਦੇ ਵਿੱਚ ਪਹੁੰਚੀ। VSNL ਵਿਦੇਸ਼ ਸੰਚਾਰ ਨਿਗਮ ਲਿਮਟਿਡ ਨਾਂ ਦੀ ਕੰਪਨੀ ਨੇ ਇਹ ਜ਼ਿੰਮਾ ਲਿਆ ਕਿ ਇੰਡੀਆ ਦੇ ਵਿੱਚ ਇੰਟਰਨੈਟ ਪਹੁੰਚਾਏਗੀ। ਤਾਂ ਉਦੋਂ ਜਿਹੜੀ ਸਰਵਿਸ ਪ੍ਰੋਵਾਈਡਰ ਕੰਪਨੀ ਜਿਹੜੀ ਸੀ ਉਹ VSNL ਸੀ। ਅੱਜ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੀਆਂ ਕੰਪਨੀਆਂ ਤੁਹਾਡੇ ਆਸ-ਪਾਸ ਨੇ ਜਿਹੜੀਆਂ ਕਿ ਸੇਵਾਵਾਂ ਦੇ ਰਹੀਆਂ ਨੇ। ਸੋ ਇਹ ਤਾਂ ਸੀ ਇਹਦਾ ਸੰਖੇਪ ਇਤਿਹਾਸ। ਹੁਣ ਦੇਖੋ ਕਿ ਇੰਟਰਨੈਟ ਦੇ ਉੱਤੇ ਜਦੋਂ ਤੁਸੀਂ ਕੋਈ ਵੈਬਸਾਈਟ ਖੋਲ੍ਹਦੇ ਹੋ ਤਾਂ ਬਹੁਤ ਸੌਖਾ ਹੈ। ਤੁਸੀਂ ਉਸ ਵੈਬਸਾਈਟ ਦਾ ਨਾਮ ਲਿਖਦੇ ਹੋ, ਮੰਨ ਲਓ abc.com ਹੈ ਤਾਂ abc.com ਲਿਖਿਆ, ਐਂਟਰ ਮਾਰਿਆ, ਵੈਬਸਾਈਟ ਦਾ ਪੰਨਾ ਤੁਹਾਡੀ ਸਕਰੀਨ ਦੇ ਉੱਤੇ ਖੁੱਲ੍ਹ ਗਿਆ। ਪਰ ਪਰਦੇ ਦੇ ਪਿੱਛੇ ਬੈਕਗਰਾਊਂਡ ਦੇ ਵਿੱਚ ਕੀ ਵਾਪਰਦਾ ਹੈ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਹ ਜਿਹੜਾ ਸਿਸਟਮ ਹੈ ਜਿਹੜਾ ਪਰਦੇ ਦੇ ਵਿੱਚ ਪਿੱਛੇ ਜਾ ਕੇ ਬਦਲ ਜਾਂਦਾ ਹੈ ਅਤੇ ਵੈਬਸਾਈਟ ਦੁਬਾਰਾ ਸਾਡੇ ਤੱਕ ਕੰਪਿਊਟਰ ਤੱਕ ਪਹੁੰਚਦੀ ਹੈ, ਉਹਨੂੰ ਅਸੀਂ ਡੋਮੇਨ ਨੇਮ ਸਿਸਟਮ ਕਹਿੰਦੇ ਹਾਂ। DNS ਡੋਮੇਨ ਨੇਮ ਸਿਸਟਮ। ਸੋ ਡੋਮੇਨ ਨੇਮ ਸਿਸਟਮ ਇੱਕ ਅਜਿਹੀ ਪ੍ਰਣਾਲੀ ਹੈ ਕਿ ਜਦੋਂ ਅਸੀਂ ਆਪਣੀ ਵੈਬਸਾਈਟ ਖੋਲ੍ਹਣਾ ਚਾਹੁੰਦੇ ਹਾਂ ਕੰਪਿਊਟਰ ਦੇ ਉੱਤੇ ਤਾਂ ਕਿਵੇਂ ਖੁੱਲ੍ਹਦੀ ਹੈ ਉਹਦੇ ਲਈ ਥੋੜ੍ਹਾ ਜਿਹਾ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਵੈਬਸਾਈਟ ਹੈ ਉਹ ਸਭ ਤੋਂ ਪਹਿਲਾਂ ਅਸੀਂ ਪਾਰਕ ਕਰਦੇ ਹਾਂ ਜਾਂ ਹੋਸਟ ਕਰਦੇ ਹਾਂ ਜਾਂ ਉਸ ਵੈਬਸਾਈਟ ਨੂੰ ਰੱਖਦੇ ਹਾਂ ਕਿਸੇ ਇੱਕ ਵੱਡੇ ਕੰਪਿਊਟਰ ਦੇ ਉੱਤੇ ਜਿਹਨੂੰ ਅਸੀਂ ਸਰਵਰ ਕਹਿੰਦੇ ਹਾਂ। ਤਾਂ ਸਰਵਰ ਦੇ ਕੋਲੋਂ ਅਸੀਂ ਸਪੇਸ ਲੈਂਦੇ ਹਾਂ। ਅਲੱਗ-ਅਲੱਗ ਕੰਪਨੀਆਂ ਦੇ ਸਰਵਰ ਨੇ, ਉਹਨਾਂ ਤੋਂ ਸਪੇਸ ਅਸੀਂ ਕਿਰਾਏ 'ਤੇ ਲੈਂਦੇ ਹਾਂ। ਐਨੂਅਲੀ ਸਾਲਾਨਾ ਅਸੀਂ ਕਿਰਾਇਆ ਭਰਦੇ ਹਾਂ। ਸੋ ਉਹ ਸਪੇਸ ਲਈ ਵੈਬਸਾਈਟ ਉੱਥੇ ਪਈ ਹੈ। ਅਸੀਂ ਡੋਮੇਨ ਨੇਮ ਰਜਿਸਟਰ ਕਰਾ ਲਿਆ, ਜਿਵੇਂ ਮੇਰੀ ਵੈਬਸਾਈਟ ਮੇਰਾ ਬਲੌਗ ਹੈ cpcompose.com। cpcompose.com ਟਾਈਪ ਕੀਤਾ, ਐਂਟਰ ਮਾਰਿਆ, ਰਿਕੁਐਸਟ ਗਈ ਸਾਡੇ ਸਰਵਰ ਦੇ ਵਿੱਚ। ਸਰਵਰ ਨੂੰ ਸਾਡੇ ਇਸ ਐਡਰੈਸ ਦਾ ਜਿਹੜਾ ਕਿ cpcompose.com ਹੈ ਉਹਦਾ ਨਹੀਂ ਪਤਾ, ਉਹਨੂੰ ਜਾਣਕਾਰੀ ਨਹੀਂ ਕਿ ਇਹ ਕੀ ਚੀਜ਼ ਹੈ। ਤਾਂ ਉਹਦੇ ਜਾਣਕਾਰੀ ਮੰਗਣ ਲਈ ਤਾਂ ਵੈਬ ਸਰਵਰ ਦੇ ਨਾਲ ਇੱਕ ਡੋਮੇਨ ਸਰਵਰ ਲੱਗਿਆ ਹੁੰਦਾ ਹੈ। ਡੋਮੇਨ ਸਰਵਰ ਦੇ ਵਿੱਚ ਇੱਕ ਡਾਟਾਬੇਸ ਹੁੰਦਾ, ਇੱਕ ਟੇਬਲ ਹੁੰਦਾ ਹੈ। ਟੇਬਲ ਦੇ ਇੱਕ ਖਾਨੇ ਦੇ ਵਿੱਚ ਵੈਬਸਾਈਟਾਂ ਦੇ ਨਾਮ ਹੁੰਦੇ ਨੇ, ਦੂਸਰੇ ਖਾਨੇ ਦੇ ਵਿੱਚ ਅੰਕਾਂ ਦੇ ਵਿੱਚ ਉਹਦਾ ਨਾਮ ਦਿੱਤਾ ਹੁੰਦਾ ਜਿਹਨੂੰ IP ਐਡਰੈਸ ਕਹਿੰਦੇ ਆ। IP ਐਡਰੈਸ ਇੰਟਰਨੈਟ ਪ੍ਰੋਟੋਕਾਲ। ਸੋ ਜਿਹੜਾ cpcompose.com ਵੈਬਸਾਈਟ ਦਾ ਨਾਮ ਅਸੀਂ ਰਿਕੁਐਸਟ ਕੀਤਾ, ਉਹ ਡੋਮੇਨ ਸਰਵਰ ਦੇ ਵਿੱਚ ਗਿਆ, ਉੱਥੋਂ ਹਿੰਦਸਿਆਂ ਵਾਲਾ ਅੰਕਾਂ ਵਾਲਾ ਇੱਕ ਕੋਡ ਨਿਕਲਿਆ ਜਿਹਨੂੰ IP ਐਡਰੈਸ ਕਹਿੰਦੇ ਆ। ਉਹ ਕੋਡ ਸਰਵਰ ਨੂੰ ਗਿਆ, ਸਰਵਰ ਨੂੰ ਪਤਾ ਲੱਗ ਗਿਆ ਕਿ ਇਹ ਵੈਬਸਾਈਟ ਚਾਹੀਦੀ ਹੈ, ਕਿਉਂਕਿ ਸਰਵਰ ਉਨੀ ਦੇਰ ਨਹੀਂ ਲੱਭ ਸਕਦਾ ਜਿੰਨੀ ਦੇਰ ਅੰਕਾਂ ਵਾਲਾ ਕੋਡ ਉਹਨੂੰ ਨਹੀਂ ਮਿਲਦਾ। ਉਹ ਅੰਕਾਂ ਵਾਲੇ ਕੋਡ ਦੇ ਆਧਾਰ 'ਤੇ ਉਸ ਵੈਬਸਾਈਟ ਨੂੰ ਫਿਰ ਲੱਭ ਕੇ ਵਾਪਸ ਕਲਾਇੰਟ ਤੱਕ ਜਾਂ ਯੂਜ਼ਰ ਤੱਕ ਭੇਜੇਗਾ। ਪੁਰਾਣੇ ਜ਼ਮਾਨੇ ਜਦੋਂ ਡੋਮੇਨ ਨੇਮ ਸਿਸਟਮ ਨਹੀਂ ਸੀ, ਯਾਨੀ ਕਿ ਵੈਬਸਾਈਟਾਂ ਦੇ ਨਾਮ ਹੁਣ ਤਰ੍ਹਾਂ ਆਪਾਂ ਅੱਖਰਾਂ ਵਿੱਚ ਸ਼ਬਦਾਂ 'ਚ ਨਹੀਂ ਲਿਖ ਸਕਦੇ ਸੀ, ਉਦੋਂ ਵੈਬਸਾਈਟ ਦਾ ਨਾਮ ਲਿਖਣ ਲਈ ਲੱਭਣ ਲਈ ਵੀ ਅੰਕ ਲਿਖਣੇ ਪੈਂਦੇ ਸੀ ਵੈਬ ਸਰਵਰ ਦੇ ਉੱਤੇ ਸਿੱਧਾ। ਉਦੋਂ 20 ਅੰਕ ਲਿਖੇ ਜਾਂਦੇ ਸੀ, 147.14.5.1 ਇਸ ਤਰ੍ਹਾਂ। ਸੋ ਇਹ ਜਿਹੜਾ ਡੋਮੇਨ ਨੇਮ ਸਿਸਟਮ ਹੈ ਇਹਨੇ ਕੰਮ ਨੂੰ ਸੌਖਾ ਕਰ ਦਿੱਤਾ ਹੈ, ਕਿਉਂਕਿ ਪੁਰਾਣੇ ਟਾਈਮ ਇੰਨੇ ਸਾਰੇ ਅੰਕਾਂ ਨੂੰ ਯਾਦ ਰੱਖਣਾ ਔਖਾ ਹੁੰਦਾ ਸੀ। ਹੁਣ ਉਹਦੀ ਥਾਂ 'ਤੇ ਅਸੀਂ ਵੈਬਸਾਈਟ ਦਾ ਨਾਮ ਰਜਿਸਟਰ ਕਰਵਾ ਲੈਂਦੇ ਹਾਂ, ਪਰ ਉਹ ਬੈਕ ਐਂਡ ਦੇ ਉੱਤੇ ਸਰਵਰ ਦੇ ਉੱਤੇ ਜਿਹੜਾ ਕਿ DNS ਸਰਵਰ ਹੈ ਉੱਥੇ ਜਾ ਕੇ ਉਹਦਾ ਅੰਕ ਆਪਣੇ ਆਪ ਉੱਥੇ ਸਟੋਰ ਕੀਤਾ ਹੁੰਦਾ ਹੈ। ਹੁਣ ਵੀ ਤੁਸੀਂ ਇੰਟਰਨੈਟ ਦੇ ਉੱਤੇ ਜਾ ਕੇ ਕਿਸੇ ਵੀ ਵੈਬਸਾਈਟ ਦਾ IP ਐਡਰੈਸ ਲੱਭਣਾ ਚਾਹੋ ਤਾਂ ਉਹਦਾ ਤੁਹਾਨੂੰ ਮਿਲ ਜਾਊਗਾ। ਸੋ ਇਸੇ ਤਰ੍ਹਾਂ ਸਾਡੇ ਕੋਲੇ ਜਿਹੜਾ ਵੈਬਸਾਈਟ ਦਾ ਐਡਰੈਸ ਹੈ ਉਹਨੂੰ ਤਾਂ ਅਸੀਂ ਡੋਮੇਨ ਨੇਮ ਕਹਿੰਦੇ ਹਾਂ। ਵੈਬਸਾਈਟ ਦਾ ਐਡਰੈਸ ਜਿਵੇਂ cpcompose.com ਡੋਮੇਨ ਨੇਮ। ਹੁਣ ਇਸ ਵੈਬਸਾਈਟ ਦੇ ਅੰਦਰ ਬਹੁਤ ਸਾਰੀਆਂ ਪਿਕਚਰਾਂ ਨੇ, ਆਡੀਓ ਨੇ, ਅਖਬਾਰਾਂ ਦੀਆਂ ਕਟਿੰਗਸ ਨੇ, ਅਖਬਾਰਾਂ ਦੀਆਂ ਖਬਰਾਂ ਨੇ। ਤੁਸੀਂ ਅੰਦਰ ਜਾਂਦੇ ਜਾਂਦੇ ਤੁਸੀਂ ਅਜੀਤ ਅਖਬਾਰ ਦਾ ਕੋਈ ਫੋਟੋ ਖੋਲ੍ਹ ਲਈ ਵੈਬਸਾਈਟ ਦੇ ਉੱਤੇ, ਤਾਂ ਤੁਸੀਂ ਦੇਖੋਗੇ ਕਿ ਉੱਪਰ ਜਿਹੜੀ ਐਡਰੈਸ ਬਾਰ ਹੈ ਬਰਾਊਜ਼ਰ ਦੀ, ਉੱਥੇ cpcompose.com ਤੱਕ ਨਾਮ ਨਹੀਂ ਰਿਹਾ, ਉਹ ਨਾਮ ਲੰਬਾ ਹੋ ਗਿਆ। ਉਹ ਨਾਮ ਹੁਣ ਕੀ ਹੈ? ਉਸ ਪੇਜ ਦਾ ਐਡਰੈਸ ਹੈ। ਵੈਬਸਾਈਟ ਦਾ ਐਡਰੈਸ ਜਿਹਨੂੰ ਡੋਮੇਨ ਨੇਮ ਕਹਿੰਦੇ ਸੀ ਉਹ cpcompose.com ਹੈ। ਹੁਣ ਜਿਹੜਾ ਉਸ ਪੇਜ ਦਾ ਐਡਰੈਸ ਹੈ ਉਹ ਲੰਬਾ ਐਡਰੈਸ ਹੈ। ਜਿਹੜਾ ਉਸ ਪੇਜ ਦਾ ਐਡਰੈਸ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ URL, ਯੂਨੀਵਰਸਲ ਰਿਸੋਰਸ ਲੋਕੇਟਰ। ਸੋ URL ਕਿਸੇ ਖੁੱਲ੍ਹੇ ਹੋਏ ਪੇਜ ਦਾ ਪੂਰਾ ਪਤਾ ਹੈ,
ਫੁੱਲ ਐਡਰੈਸ ਹੈ। ਅਸੀਂ ਇੰਟਰਨੈਟ ਦੇ ਕਈ ਤਰ੍ਹਾਂ ਦੇ ਕਨੈਕਸ਼ਨਾਂ ਦੀ ਵਰਤੋਂ ਕਰਦੇ ਹਾਂ। ਅੱਜ ਵੀ ਅਸੀਂ ਬਹੁਤ ਤਰ੍ਹਾਂ ਦੇ ਕਨੈਕਸ਼ਨ ਤੁਸੀਂ ਵਰਤ ਰਹੇ ਹੋ। ਤਾਂ ਉਹ ਕਨੈਕਸ਼ਨ ਕਿੰਨੇ ਤਰ੍ਹਾਂ ਦੇ ਨੇ? ਮੋਟੇ ਤੌਰ ਦੇ ਉੱਤੇ ਜੇ ਅਸੀਂ ਇਹਨਾਂ ਕਨੈਕਸ਼ਨਸ ਦੀ ਗੱਲ ਕਰੀਏ ਤਾਂ 5-7 ਤਰ੍ਹਾਂ ਦੇ ਕਨੈਕਸ਼ਨ ਨੇ। ਸਭ ਤੋਂ ਪਹਿਲਾਂ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜਾ ਕਨੈਕਸ਼ਨ ਇੰਟਰਨੈਟ ਦਾ ਵਰਤਿਆ ਜਾਂਦਾ ਸੀ ਉਹਨੂੰ ਅਸੀਂ ਡਾਇਲ ਅਪ ਕਨੈਕਸ਼ਨ ਕਹਿੰਦੇ ਸੀ। ਡਾਇਲ ਅਪ ਮੀਨਸ ਪੁਰਾਣੇ ਫੋਨਾਂ ਦੇ ਵਿੱਚ ਡਾਇਲ ਕੀਤਾ ਜਾਂਦਾ ਸੀ ਨੰਬਰ, ਸੋ ਉੱਥੋਂ ਡਾਇਲ ਅਪ ਬਣਿਆ। ਤਾਂ ਕੀ ਸੀਗਾ ਕਿ ਪੁਰਾਣੇ ਸਮੇਂ ਟੈਲੀਫੋਨ ਦੀ ਤਾਰ ਸਾਡੇ ਘਰ ਤੱਕ ਆਉਂਦੀ ਸੀ। ਤੁਸੀਂ ਫੋਨ ਤੋਂ ਤਾਰ ਨੂੰ ਉਤਾਰ ਕੇ ਆਪਣੇ ਕੰਪਿਊਟਰ ਨੂੰ ਲਗਾ ਕੇ ਇੰਟਰਨੈਟ ਚਲਾ ਸਕਦੇ ਸੀ। ਪਰ ਇੱਕ ਸਮੇਂ 'ਤੇ ਤੁਸੀਂ ਜਾਂ ਤਾਂ ਇੰਟਰਨੈਟ ਵਰਤ ਸਕਦੇ ਸੀ ਜਾਂ ਫੋਨ ਵਰਤ ਸਕਦੇ ਸੀ। ਇਸ ਕਨੈਕਸ਼ਨ ਨੂੰ ਅਸੀਂ ਡਾਇਲ ਅਪ ਕਨੈਕਸ਼ਨ ਕਹਿੰਦੇ ਹਾਂ। ਅਗਲਾ ਕਨੈਕਸ਼ਨ ਹੈ DSL। ਸੋ DSL ਕਨੈਕਸ਼ਨ ਡਾਇਲ ਅਪ ਦਾ ਅਗਲਾ ਸੁਧਰਿਆ ਹੋਇਆ ਰੂਪ ਹੈ। ਇਹਦੇ ਵਿੱਚ ਵੀ ਟੈਲੀਫੋਨ ਤਾਰ ਦੇ ਰਾਹੀਂ ਕਨੈਕਸ਼ਨ ਹੁੰਦਾ ਹੈ, ਪਰ ਤੁਸੀਂ ਇੰਟਰਨੈਟ ਵਰਤਣ ਦੇ ਨਾਲ ਨਾਲ ਟੈਲੀਫੋਨ ਵੀ ਕਰ ਸਕਦੇ ਹੋ। ਉਸੇ ਸਮੇਂ 'ਤੇ ਦੋਨੇ ਕੰਮ ਕਰ ਸਕਦੇ ਹੋ। ਅਗਲਾ ਕਨੈਕਸ਼ਨ ਸੈਟੇਲਾਈਟ ਕਨੈਕਸ਼ਨ ਹੈ, ਯਾਨੀ ਕਿ ਉਪਗ੍ਰਹਿ ਦੁਆਰਾ ਦਿੱਤਾ ਗਿਆ ਕਨੈਕਸ਼ਨ ਹੈ। ਰਿਮੋਟ ਥਾਵਾਂ ਯਾਨੀ ਕਿ ਜਿਹੜੇ ਦੂਰ ਦਰਾਡੇ ਦੇ ਇਲਾਕੇ ਨੇ ਜਿੱਥੇ ਤੱਕ ਟਾਵਰ ਨਹੀਂ ਲੱਗ ਸਕਦੇ, ਉੱਥੇ ਸੈਟੇਲਾਈਟ ਦੇ ਰਾਹੀਂ ਇੰਟਰਨੈਟ ਦਾ ਕਨੈਕਸ਼ਨ ਦਿੱਤਾ ਜਾਂਦਾ ਹੈ। ਸੋ ਅਗਲਾ ਕਨੈਕਸ਼ਨ ਸਾਡੇ ਕੋਲ ਸੈਲੂਲਰ ਕਨੈਕਸ਼ਨ ਹੈ। ਜਿਹੜੇ ਤੁਸੀਂ ਮੋਬਾਈਲ ਦੇ ਉੱਤੇ ਇੰਟਰਨੈਟ ਵਰਤਦੇ ਹੋ, ਮੋਬਾਈਲ ਦੇ ਵਿੱਚ ਡਾਟਾ ਪਵਾ ਕੇ ਇੰਟਰਨੈਟ ਵਰਤਦੇ ਹੋ, ਇਹ ਸੈਲੂਲਰ ਕਨੈਕਸ਼ਨ ਨੇ। ਸੈਲੂਲਰ ਦਾ ਮਤਲਬ ਮੋਬਾਈਲ ਫੋਨ। ਸੋ ਸੈਲੂਲਰ ਦੇ ਵਿੱਚ ਡਾਟਾ ਪਵਾਇਆ ਜਾਂਦਾ ਹੈ ਪ੍ਰੀਪੇਡ ਜਾਂ ਪੋਸਟਪੇਡ ਤਰੀਕੇ ਦੇ ਰਾਹੀਂ, ਅਤੇ ਇੰਟਰਨੈਟ ਵਰਤ ਲਿਆ ਜਾਂਦਾ ਹੈ। ਕੁਝ ਕਨੈਕਸ਼ਨ ਸਾਨੂੰ ਕੇਬਲ ਦੇ ਰੂਪ ਦੇ ਵਿੱਚ ਵੀ ਮਿਲਦੇ ਨੇ। ਕੇਬਲ ਤਾਰਾਂ, ਜਿਵੇਂ ਕਿ ਕੇਬਲ TV ਘਰਾਂ ਦੇ ਵਿੱਚ ਲੱਗਿਆ ਹੋਇਆ ਹੈ, ਤਾਂ ਕੇਬਲ ਤਾਰ ਦੇ ਰਾਹੀਂ TV ਦੀ ਅਸੀਂ ਸੁਵਿਧਾ ਲੈਂਦੇ ਹਾਂ। ਉਸੇ ਤਰ੍ਹਾਂ ਸਪੈਸ਼ਲ ਕੇਬਲਾਂ ਆਉਂਦੀਆਂ ਨੇ। ਟੈਲੀਫੋਨ ਵਾਲੀ ਕੇਬਲ ਤੋਂ ਇਲਾਵਾ ਸਪੈਸ਼ਲ ਕੇਬਲ ਜਿਹੜੀਆਂ ਨੇ ਉਹ ਕਨੈਕਸ਼ਨ ਵਾਸਤੇ ਲਗਾ ਕੇ ਅਸੀਂ ਇੰਟਰਨੈਟ ਵਰਤ ਸਕਦੇ ਹਾਂ। ਉਹਦੇ ਨਾਲ ਸਪੀਡ ਹੋਰ ਵੀ ਵੱਧ ਜਾਂਦੀ ਹੈ। ਪਰ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਜਿਹੜਾ ਫਾਸਟ, ਸੁਪਰ ਫਾਸਟ, ਸਭ ਤੋਂ ਤੇਜ਼ ਤਰਾਰ ਜਿਹੜਾ ਕਨੈਕਸ਼ਨ ਹੈ ਉਹ ਆਪਟੀਕਲ ਫਾਈਬਰ ਵਾਲਾ ਹੈ। ਕਿਉਂਕਿ ਆਪਟੀਕਲ ਫਾਈਬਰ ਵਾਲੀਆਂ ਤਾਰਾਂ ਐਲੂਮੀਨੀਅਮ ਜਾਂ ਕਾਪਰ ਦੀਆਂ ਨਹੀਂ, ਇਹ ਬਿਲਕੁਲ ਬਰੀਕ ਸ਼ੀਸ਼ੇ ਦੀ ਨਲੀ ਤੋਂ ਬਣੀਆਂ ਹੁੰਦੀਆਂ ਨੇ। ਸ਼ੀਸ਼ੇ ਦੇ ਰੇਸ਼ਿਆਂ ਤੋਂ ਬਣੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਬਿਜਲਈ ਸਿਗਨਲ ਨਹੀਂ ਚੱਲਦਾ। ਇਹਦੇ ਵਿੱਚ ਲਾਈਟ ਸਿਗਨਲ ਚੱਲਦਾ ਹੈ, ਰੌਸ਼ਨੀ ਦਾ ਸਿਗਨਲ ਚੱਲਦਾ ਹੈ। ਤਾਂ ਰੌਸ਼ਨੀ ਦਾ ਸਿਗਨਲ ਚੱਲੇਗਾ ਤਾਂ ਰੌਸ਼ਨੀ ਦੀ ਸਪੀਡ ਜਿਹੜੀ ਹੈ ਉਹ ਬਿਜਲੀ ਦੀ ਸਪੀਡ ਨਾਲੋਂ ਜ਼ਿਆਦਾ ਹੁੰਦੀ ਹੈ। ਉਸ ਕਰਕੇ ਆਪਟੀਕਲ ਫਾਈਬਰ ਦੇ ਵਿੱਚ ਸਿਗਨਲ ਜਿਹੜਾ ਹੈ, ਡਾਟਾ ਜਿਹੜਾ ਹੈ ਉਹ ਤੇਜ਼ੀ ਨਾਲ ਦੌੜਦਾ ਹੈ ਅਤੇ ਇਹ ਫਾਸਟ ਹੁੰਦਾ ਹੈ। ਡਾਟੇ ਨੂੰ ਜਲਦੀ ਅਸੀਂ ਅਪਲੋਡ ਜਾਂ ਡਾਊਨਲੋਡ ਕਰ ਸਕਦੇ ਹਾਂ। ਹੋਰ ਵੀ ਕਈ ਤਰ੍ਹਾਂ ਦੇ ਕਨੈਕਸ਼ਨ ਨੇ। ਮੋਟੇ ਰੂਪ ਦੇ ਵਿੱਚ ਅਸੀਂ ਗੱਲ ਕੀਤੀ ਹੈ ਡਾਇਲ ਅਪ, DSL, ਸੈਟੇਲਾਈਟ, ਕੇਬਲ, ਸੈਲੂਲਰ ਅਤੇ ਆਪਟੀਕਲ ਫਾਈਬਰ ਕਨੈਕਸ਼ਨ ਦੀ। ਹੁਣ ਗੱਲ ਕਰਦੇ ਹਾਂ ਕਿ ਤੁਸੀਂ ਇੰਟਰਨੈਟ ਲਵਾਉਣਾ ਹੈ, ਇੰਟਰਨੈਟ ਕਨੈਕਸ਼ਨ ਲੈਣਾ ਹੈ, ਜਾਂ ਤੁਸੀਂ ਇੰਟਰਨੈਟ ਚਲਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਪਏਗੀ। ਜ਼ਾਹਿਰ ਹੈ ਕਿ ਕੁਝ ਸੌਫਟਵੇਅਰ ਦੀ ਲੋੜ ਪਏਗੀ, ਕੁਝ ਹਾਰਡਵੇਅਰ ਭਾਗਾਂ ਦੀ ਲੋੜ ਪਏਗੀ। ਹਾਰਡਵੇਅਰ ਦੇ ਵਿੱਚ ਸਭ ਤੋਂ ਪਹਿਲੀ ਸਾਡੇ ਕੋਲ ਚੀਜ਼ ਹੈ ਡਿਵਾਈਸ, ਯਾਨੀ ਕਿ ਸਾਡੇ ਕੋਲ ਕੰਪਿਊਟਰ, ਮੋਬਾਈਲ ਫੋਨ ਜਾਂ ਕੰਪਿਊਟਰੀ ਯੰਤਰ ਸਾਡੇ ਕੋਲ ਹੋਣਾ ਚਾਹੀਦਾ ਜਿਹਦੇ ਵਿੱਚ ਤੁਸੀਂ ਇੰਟਰਨੈਟ ਚਲਾਉਣਾ ਚਾਹੁੰਦੇ ਹੋ। ਦੂਸਰਾ ਸਾਨੂੰ ਚਾਹੀਦਾ ਮੋਡਮ। ਮੋਡਮ ਮਤਲਬ ਮੋਡੂਲੇਟਰ, ਡੀਮੋਡੂਲੇਟਰ। ਇਹ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ। ਤੁਸੀਂ ਭਲੀ ਭਾਂਤ ਇਸ ਚੀਜ਼ ਨੂੰ ਸਮਝ ਲਓ ਕਿ ਜਿੰਨਾ ਵੀ ਕੰਮ ਇੰਟਰਨੈਟ ਦੇ ਉੱਤੇ ਅਸੀਂ ਕਰਦੇ ਹਾਂ, ਈਮੇਲ ਭੇਜਦੇ ਹਾਂ, ਕੋਈ ਵੀ ਡਾਟਾ ਅਪਲੋਡ ਕਰਦੇ ਹਾਂ, ਕੋਈ ਵੀ ਵੈਬਸਾਈਟ ਵੇਖਦੇ ਹਾਂ, ਕੋਈ ਵੀ ਤੁਸੀਂ WhatsApp ਕਰਦੇ ਹੋ, WhatsApp ਦੇ ਉੱਤੇ ਕਾਲ ਕਰਦੇ ਹੋ, ਵੀਡੀਓ ਕਾਲ ਕਰਦੇ ਹੋ, ਸਾਰਾ ਕੁਝ ਟੈਲੀਫੋਨ ਐਕਸਚੇਂਜ ਦੇ ਥਰੂ ਜਾਂਦਾ ਹੈ। ਯਾਨੀ ਕਿ ਟੈਲੀਫੋਨ ਨੈਟਵਰਕ ਦੇ ਨਾਲ ਸਾਡਾ ਇੰਟਰਨੈਟ ਜੁੜਿਆ ਹੋਇਆ ਸਿੱਧੇ ਰੂਪ ਵਿੱਚ। ਕੋਈ ਵੀ ਇਸ ਤਰ੍ਹਾਂ ਦੀ ਵਿਵਸਥਾ ਨਹੀਂ ਹੈ ਕਿ ਟੈਲੀਫੋਨ ਸਿਸਟਮ ਨੂੰ ਬਾਈਪਾਸ ਕਰਕੇ ਸਿੱਧਾ ਹੀ ਸਾਡਾ ਨੈਟਵਰਕ ਕਿਸੇ ਦੂਜੇ ਬੰਦੇ ਤੱਕ ਪਹੁੰਚ ਜਾਵੇ। ਸੋ ਉਹਦੇ ਲਈ ਇੱਕ ਚੀਜ਼ ਧਿਆਨ 'ਚ ਰੱਖਣੀ ਜ਼ਰੂਰੀ ਹੈ ਕਿ ਜਿਹੜਾ ਟੈਲੀਫੋਨ ਨੈਟਵਰਕ ਹੈ ਉਹ ਐਨਾਲੌਗ ਸਿਗਨਲ ਨੂੰ ਸਮਝਦਾ ਹੈ, ਜਾਂ ਇਹ ਕਹਿ ਲਈਏ ਕਿ ਟੈਲੀਫੋਨ ਨੈਟਵਰਕ ਐਨਾਲੌਗ ਸਿਗਨਲ ਦੇ ਉੱਤੇ ਚੱਲਦਾ ਹੈ, ਪਰ ਸਾਡਾ ਕੰਪਿਊਟਰ ਡਿਜੀਟਲ ਸਿਗਨਲ ਦੇ ਉੱਤੇ ਚੱਲਦਾ ਹੈ। ਸੋ ਇੱਕ ਅਲੱਗ ਵਿਸ਼ਾ ਹੈ ਕਿ ਐਨਾਲੌਗ ਕੀ ਹੈ, ਡਿਜੀਟਲ ਕੀ ਹੈ, ਕਿਸੇ ਹੋਰ ਲੈਕਚਰ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗਾ। ਪਰ ਫਿਲਹਾਲ ਹੁਣ ਸਿਗਨਲ ਦੋ ਵੱਖਰੇ ਨੇ। ਟੈਲੀਫੋਨ ਨੈਟਵਰਕ ਨੂੰ ਕੰਪਿਊਟਰ ਦੇ ਨਾਲ ਜੋੜਨਾ ਹੈ। ਜੋੜਨ ਦੇ ਲਈ ਸਾਨੂੰ ਇੱਕ ਡਿਵਾਈਸ ਦੀ ਲੋੜ ਪਏਗੀ ਜਿਹੜਾ ਐਨਾਲੌਗ ਨੂੰ ਡਿਜੀਟਲ ਦੇ ਵਿੱਚ ਅਤੇ ਡਿਜੀਟਲ ਨੂੰ ਐਨਾਲੌਗ ਸਿਗਨਲ ਦੇ ਵਿੱਚ ਕਨਵਰਟ ਕਰੇਗੀ। ਸੋ ਉਸ ਕਨਵਰਜ਼ਨ ਦੇ ਲਈ ਸਾਨੂੰ ਚਾਹੀਦਾ ਹੈ ਮੋਡਮ। ਅੱਗੇ ਹੈ ਸਾਡੇ ਕੋਲ ਕਨੈਕਸ਼ਨ, ਇੰਟਰਨੈਟ ਦਾ ਕਨੈਕਸ਼ਨ। ਜਿਵੇਂ ਪਹਿਲਾਂ ਗੱਲ ਕੀਤੀ ਕਿ ਅਲੱਗ-ਅਲੱਗ ਤਰ੍ਹਾਂ ਦੇ ਕਨੈਕਸ਼ਨ ਨੇ, ਉਹਨਾਂ ਦੇ ਵਿੱਚੋਂ ਕਿਸੇ ਵੀ ਪ੍ਰਕਾਰ ਦਾ ਕਨੈਕਸ਼ਨ ਤੁਹਾਨੂੰ ਲਗਵਾਉਣਾ ਪਏਗਾ।
ਜੇ ਘਰੇ ਤੁਸੀਂ ਪੂਰੇ ਘਰ ਨੂੰ ਵਾਈਫਾਈ ਬਣਾਉਣਾ ਹੈ ਤਾਂ ਆਪਟੀਕਲ ਫਾਈਬਰ ਵਾਲਾ ਬ੍ਰੌਡਬੈਂਡ ਕਨੈਕਸ਼ਨ ਲੈ ਸਕਦੇ ਹੋ, ਔਰ ਤੁਸੀਂ ਸਿਰਫ ਆਪਣੇ ਮੋਬਾਈਲ ਦੇ ਉੱਤੇ ਯੂਜ਼ ਕਰਨਾ ਹੈ ਤਾਂ ਸੈਲੂਲਰ ਡਾਟੇ ਵਾਲਾ ਕਨੈਕਸ਼ਨ ਲੈ ਸਕਦੇ ਹੋ। ਸੋ ਅੱਗੇ ਸਾਡੇ ਕੋਲ ਸੌਫਟਵੇਅਰ ਹਿੱਸਾ ਹੈ ਜਿਹਨੂੰ ਅਸੀਂ ਵੈਬ ਬਰਾਊਜ਼ਰ ਕਹਿੰਦੇ ਹਾਂ। ਇੰਟਰਨੈਟ ਦੇ ਉੱਤੇ ਤੁਸੀਂ ਕੰਮ ਕਰਨਾ ਹੈ ਜਾਂ ਕਿਸੇ ਡਿਵਾਈਸ ਦੇ ਵਿੱਚ ਇੰਟਰਨੈਟ ਵਰਤਣਾ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਸੌਫਟਵੇਅਰ ਲੋੜੀਂਦਾ ਹੈ ਤੁਹਾਨੂੰ ਉਹ ਹੁੰਦਾ ਹੈ ਵੈਬ ਬਰਾਊਜ਼ਰ। ਤਾਂ ਵੈਬ ਬਰਾਊਜ਼ਰ ਦੇ ਬਾਰੇ ਹੋਰ ਚੰਗੀ ਤਰ੍ਹਾਂ ਆਪਾਂ ਜਾਣ ਲੈਂਦੇ ਹਾਂ। ਵੈਬ ਬਰਾਊਜ਼ਰ ਪਹਿਲਾ ਸੌਫਟਵੇਅਰ ਹੈ ਜਿਹਦੇ ਰਾਹੀਂ ਇੰਟਰਨੈਟ ਚਲਾਇਆ ਜਾ ਸਕਦਾ ਹੈ। ਵੈਬ ਬਰਾਊਜ਼ਰ ਦੀ ਸਕਰੀਨ ਦੇ ਉੱਤੇ ਕਈ ਸਾਰੇ ਕਾਮਨ ਜਾਂ ਸਾਂਝੇ ਬਟਨ ਹੁੰਦੇ ਨੇ, ਫੰਕਸ਼ਨ ਹੁੰਦੇ ਨੇ, ਕੰਟਰੋਲ ਹੁੰਦੇ ਨੇ, ਜਿਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਵੈਬ ਬਰਾਊਜ਼ਰ ਦੀ ਉੱਪਰਲੇ ਪਾਸੇ ਇੱਕ ਬਾਰ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਐਡਰੈਸ ਬਾਰ, ਜਿਹਦੇ ਵਿੱਚ ਵੈਬਸਾਈਟ ਦਾ ਐਡਰੈਸ ਲਿਖਦੇ ਹਾਂ ਤੇ ਐਂਟਰ ਮਾਰਦੇ ਹਾਂ ਜਾਂ ਗੋ ਦੇ ਉੱਤੇ ਕਲਿੱਕ ਕਰਦੇ ਹਾਂ ਤਾਂ ਵੈਬਸਾਈਟ ਖੁੱਲ੍ਹ ਜਾਂਦੀ ਹੈ। ਵੈਬਸਾਈਟ ਦੇ ਅਗਾਂਹ ਤੋਂ ਅਗਾਂਹ ਪੰਨੇ ਦੇ ਵਿੱਚ ਜਾ ਕੇ ਸਰਫਿੰਗ ਕਰ ਸਕਦੇ ਹਾਂ। ਵੈਬਸਾਈਟ ਦੇ ਪਿਛਲੇ ਪੰਨੇ ਤੇ ਜਾਣਾ ਹੋਵੇ ਤਾਂ ਵੈਬ ਬਰਾਊਜ਼ਰ ਦੇ ਉੱਪਰਲੇ ਪਾਸੇ ਇੱਕ ਬਟਨ ਹੁੰਦਾ ਹੈ ਜਿਹੜਾ ਬੈਕ ਤੀਰ ਦਾ ਨਿਸ਼ਾਨ ਹੁੰਦਾ ਹੈ, ਉੱਥੇ ਕਲਿੱਕ ਕਰਾਂਗੇ ਤਾਂ ਪਿਛਲੇ ਪੇਜ ਦੇ ਉੱਤੇ ਚਲੇ ਜਾਵਾਂਗੇ। ਸੱਜੇ ਹੱਥ ਵਾਲੇ ਤੀਰ ਦੇ ਨਿਸ਼ਾਨ ਤੇ ਕਲਿੱਕ ਕਰਾਂਗੇ ਤਾਂ ਅਗਲੇ ਪੰਨੇ ਤੇ ਚਲੇ ਜਾਵਾਂਗੇ। ਜੇ ਪੇਜ ਵੈਬਸਾਈਟ ਦਾ ਪੂਰੀ ਤਰ੍ਹਾਂ ਨਹੀਂ ਖੁੱਲਿਆ, ਵਿਚਾਲੇ ਫਸ ਗਿਆ ਹੈ, ਤਾਂ ਰੀਫਰੈਸ਼ ਦਾ ਤੁਹਾਡੇ ਕੋਲ ਗੋਲ ਚੱਕਰ ਤੀਰ ਦਾ ਨਿਸ਼ਾਨ ਹੁੰਦਾ ਹੈ, ਉੱਥੇ ਕਲਿੱਕ ਕਰੋਗੇ ਜਾਂ ਕੀਬੋਰਡ ਦੀ ਫੰਕਸ਼ਨਲ ਕੀ F5 ਦਬੋਗੇ ਤਾਂ ਰੀਫਰੈਸ਼ ਹੋ ਜਾਏਗਾ। ਸੋ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਸੁਵਿਧਾਵਾਂ ਵੈਬ ਬਰਾਊਜ਼ਰ ਦੇ ਵਿੱਚ ਹੁੰਦੀਆਂ ਨੇ। ਤੁਸੀਂ ਫੇਵਰਿਟੀਜ਼ ਦੇ ਵਿੱਚ ਆਪਣੀਆਂ ਵੈਬਸਾਈਟਾਂ ਰੱਖ ਸਕਦੇ ਹੋ, ਤੁਸੀਂ ਬੁੱਕਮਾਰਕ ਕਰ ਸਕਦੇ ਹੋ ਲੋੜੀਂਦੀਆਂ ਜ਼ਿਆਦਾ ਵਰਤੋਂ ਵਾਲੀਆਂ ਵੈਬਸਾਈਟਾਂ ਨੂੰ। ਔਰ ਜਿਹੜੇ ਵੈਬ ਬਰਾਊਜ਼ਰ ਨੇ ਉਹ ਕਈ ਕਿਸਮ ਦੇ ਨੇ। ਮਾਈਕਰੋਸਾਫਟ ਵਿੰਡੋ ਜੇ ਤੁਸੀਂ ਇੰਸਟਾਲ ਕੀਤੀ ਹੋਈ ਹੈ ਤਾਂ ਉਹਦੇ ਵਿੱਚ ਮਾਈਕਰੋਸਾਫਟ ਐਜ ਜਿਹੜਾ ਹੈ, ਐਜ ਇਹ ਬਰਾਊਜ਼ਰ ਵਿੱਚ ਹੀ ਮਿਲਦਾ ਹੈ ਫ੍ਰੀ ਦੇ ਵਿੱਚ। ਪੁਰਾਣੇ ਕੰਪਿਊਟਰਾਂ ਦੇ ਵਿੱਚ ਇੰਟਰਨੈਟ ਐਕਸਪਲੋਰਰ ਉਹ ਤੁਹਾਨੂੰ ਜਿਹੜਾ ਵਿੱਚ ਹੀ ਮਿਲਦਾ ਸੀ। ਹੁਣ ਵੀ ਇਹ ਬੈਕ ਐਂਡ ਦੇ ਵਿੱਚ ਤੁਹਾਨੂੰ ਨਵੇਂ ਕੰਪਿਊਟਰਾਂ ਵਿੱਚ ਵੀ ਮਿਲ ਜਾਂਦਾ ਹੈ, ਪਰ ਫਰੰਟ ਦੇ ਵਿੱਚ ਤੁਹਾਨੂੰ ਐਜ ਹੀ ਮਿਲੇਗਾ। ਇਸੇ ਤਰ੍ਹਾਂ ਗੂਗਲ ਨੇ ਇੱਕ ਵੈਬ ਬਰਾਊਜ਼ਰ ਬਣਾਇਆ ਜਿਹਦਾ ਨਾਮ ਹੈ ਗੂਗਲ ਕਰੋਮ। ਇਸੇ ਤਰ੍ਹਾਂ ਇੱਕ ਓਪਨ ਸੋਰਸ ਬਰਾਊਜ਼ਰ ਹੈ ਜਿਹਦਾ ਨਾਮ ਹੈ ਮੋਜ਼ੀਲਾ ਫਾਇਰਫੌਕਸ। ਸੋ ਇਸ ਤਰ੍ਹਾਂ ਮੋਬਾਈਲ ਦੇ ਉੱਤੇ ਵੀ ਕਈ ਸਾਰੇ ਵੈਬ ਬਰਾਊਜ਼ਰ ਅਸੀਂ ਵਰਤਦੇ ਹਾਂ। ਸੋ ਇਹ ਵੈਬ ਬਰਾਊਜ਼ਰ ਬੇਸਿਕਲੀ ਕੀ ਨੇ ਕਿ ਇੰਟਰਨੈਟ ਚਲਾਉਣ ਦੀ ਸੁਵਿਧਾ ਸਾਨੂੰ ਪ੍ਰਦਾਨ ਕਰਦੇ ਨੇ। ਜੇ ਵੈਬਸਾਈਟ ਦਾ ਐਡਰੈਸ ਸਾਨੂੰ ਨਹੀਂ ਪਤਾ, ਯਾਨੀ ਕਿ ਡੋਮੇਨ ਨੇਮ ਨਹੀਂ ਪਤਾ, ਤਾਂ ਸਾਡੀ ਮਦਦ ਇੱਕ ਖਾਸ ਤਰ੍ਹਾਂ ਦਾ ਸੌਫਟਵੇਅਰ ਕਰਦਾ ਹੈ ਜਿਹਦੇ ਵਿੱਚ ਤੁਸੀਂ ਕੁਝ ਚੋਣਵੇਂ ਸ਼ਬਦ ਲਿਖਦੇ ਹੋ ਜਿਹਨੂੰ ਕਹਿੰਦੇ ਹੋ ਕੀਵਰਡਸ। ਉਹ ਟਾਈਪ ਕਰਕੇ ਐਂਟਰ ਕਰਦੇ ਹਾਂ, ਸਰਚ ਕਰਦੇ ਹਾਂ ਤਾਂ ਉਸ ਸ਼ਬਦਾਂ ਨਾਲ ਸੰਬੰਧਿਤ ਵੈਬਸਾਈਟਾਂ ਦੀ ਸੂਚੀ, ਵੈਬਸਾਈਟਾਂ ਦੀ ਲਿਸਟ ਸਾਡੇ ਸਾਹਮਣੇ ਆ ਜਾਂਦੀ ਹੈ। ਸੋ ਉਸ ਖਾਸ ਤਰ੍ਹਾਂ ਦੇ ਸੌਫਟਵੇਅਰ ਨੂੰ ਅਸੀਂ ਕਹਿੰਦੇ ਹਾਂ ਸਰਚ ਇੰਜਨ। ਤਾਂ ਹੁਣ ਤੱਕ ਗੂਗਲ ਦਾ ਸਰਚ ਇੰਜਨ ਬਹੁਤ ਮਸ਼ਹੂਰ ਹੈ, ਹਾਲਾਂਕਿ ਹੋਰ ਵੀ ਕੰਪਨੀਆਂ ਦੇ ਸਰਚ ਇੰਜਨ ਹੈਗੇ ਨੇ, ਪਰ ਸਰਚ ਇੰਜਨ ਜਿਹੜਾ ਗੂਗਲ ਦਾ ਸਭ ਤੋਂ ਮਸ਼ਹੂਰ ਹੈ। ਸੋ ਅੱਜ ਦੇ ਇਸ ਲੈਕਚਰ ਦੇ ਵਿੱਚ ਤੁਸੀਂ ਵਿਸਥਾਰ ਦੇ ਨਾਲ ਕੰਪਿਊਟਰ ਬਾਰੇ ਮੁੱਢਲਾ ਗਿਆਨ ਹਾਸਲ ਕੀਤਾ ਹੈ। ਕੰਪਿਊਟਰ ਕੀ ਹੈ, ਨਾਮਕਰਨ, ਉਹਦੀ ਜਿਹੜੀ ਕਾਰਜ ਪ੍ਰਣਾਲੀ ਨੂੰ 3 ਹਿੱਸਿਆਂ 'ਚ ਵੰਡ ਕੇ ਉਹਨੂੰ ਕੰਮ ਕਰਨ ਦੇ ਤਰੀਕੇ ਨੂੰ ਬੜੇ ਬਾਰੀਕੀ ਦੇ ਨਾਲ ਆਪਾਂ ਦੇਖਿਆ। ਰੈਮ ਤੇ ਰੋਮ ਦੇ ਫੰਕਸ਼ਨ ਨੂੰ ਦੇਖਿਆ। ਕੰਪਿਊਟਰ ਦੇ ਵੱਖਰੇ ਵੱਖਰੇ ਜਿਹੜੇ ਹਿੱਸੇ ਨੇ, ਵੱਖਰੇ ਵੱਖਰੇ ਸੌਫਟਵੇਅਰਾਂ ਦੀ ਕਿਸਮਾਂ ਨੇ ਜਿਹੜੀਆਂ, ਉਹਨਾਂ ਬਾਰੇ ਵਿਸਥਾਰ ਦੇ ਨਾਲ ਜਾਣਿਆ ਤੇ ਅੰਤ ਵਿੱਚ ਤੁਸੀਂ ਦੇਖਿਆ ਕਿ ਇੰਟਰਨੈਟ ਕੀ ਹੈ, ਇਹਦਾ ਇਤਿਹਾਸ ਕੀ ਹੈ, ਕਿਵੇਂ ਇੰਟਰਨੈਟ ਬਣਿਆ, ਇੰਟਰਨੈਟ ਦੀ ਵਰਤੋਂ ਕਿਹੜੇ ਕਿਹੜੇ ਕੰਮਾਂ 'ਚ ਕੀਤੀ ਜਾਂਦੀ ਹੈ। ਇੰਟਰਨੈਟ ਕਨੈਕਸ਼ਨ ਕਈ ਤਰ੍ਹਾਂ ਦੇ ਨੇ, ਪਰ ਅੱਜ ਕੱਲ੍ਹ ਆਪਟੀਕਲ ਫਾਈਬਰ ਬ੍ਰੌਡਬੈਂਡ ਵਾਲੇ ਤੇ ਸੈਲੂਲਰ ਕਨੈਕਸ਼ਨ ਸਭ ਤੋਂ ਜ਼ਿਆਦਾ ਵਰਤੇ ਜਾਂਦੇ ਨੇ। ਤੇ ਜਦੋਂ ਅਸੀਂ ਇੰਟਰਨੈਟ ਵਰਤਣਾ ਤੇ ਵੈਬ ਬਰਾਊਜ਼ਰ ਤੇ ਸਰਚ ਇੰਜਨ ਦੀ ਸਭ ਤੋਂ ਵੱਡੇ ਪੱਧਰ ਦੇ ਉੱਤੇ ਲੋੜ ਪੈਂਦੀ ਹੈ। ਹੁਣ ਅਸੀਂ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹਾਂਜੀ ਸਰ, ਮੇਰਾ ਨਾਮ ਬਲਤੇਜ ਸਿੰਘ ਹੈ ਜੀ। ਮੇਰੇ 3 ਸਵਾਲ ਨੇ ਜੀ। ਇੱਕ ਤਾਂ ਸਰ, ਕੰਪਿਊਟਰ ਜਿਹੜਾ ਬੈਂਕਾਂ ਦੇ ਵਿੱਚ ਕੰਪਿਊਟਰ ਵਰਤਿਆ ਜਾਂਦਾ ਉਹ ਕਿਹੜੀ ਕਿਸਮ ਹੈ ਕੰਪਿਊਟਰ ਦੀ। ਦੂਸਰਾ ਸਵਾਲ ਮੇਰਾ ਇਹ ਵੀ SSD ਅਤੇ ਹਾਰਡ ਡਿਸਕ ਦੇ ਵਿੱਚ ਕੀ ਅੰਤਰ ਹੈ। ਇਹ ਤੀਸਰਾ ਇੱਕ ਹੋਰ ਸਵਾਲ ਹੈ ਜੀ, ਪੰਚ ਕਾਰਡ ਕੀ ਹੈ। ਬਿਲਕੁਲ ਠੀਕ, ਬਹੁਤ ਵਧੀਆ ਸਵਾਲ ਨੇ, ਇਕੱਠੇ ਆਪਾਂ ਸਵਾਲ ਕਰਾਂਗੇ ਜੀ। ਸਰ ਮੇਰਾ ਨਾਮ ਮਨਪ੍ਰੀਤ ਕੌਰ। ਮੇਰਾ ਸਵਾਲ ਸੀਗਾ ਸਰ, ਜਿਵੇਂ ਪੈਨ ਡਰਾਈਵ 'ਚ ਵਾਇਰਸ ਆ ਜਾਂਦਾ ਅਤੇ ਉਹਨੂੰ ਸਕੈਨ ਕਰਨ ਲਈ ਯੂਟੀਲਿਟੀ ਸੋਫਟਵੇਅਰ ਦੀ ਜ਼ਰੂਰਤ ਹੈਗੀ ਹੈ। ਅਤੇ ਸੈਕਿੰਡ ਸਵਾਲ ਸੀਗਾ ਸਰ, ਜਿਵੇਂ ਇਨਪੁਟ ਡਿਵਾਈਸ ਨੂੰ ਯੂਜ਼ਰ ਆਪਣੀ ਲੈਂਗੁਏਜ 'ਚ ਦੱਸਦਾ ਹੈ ਨਾ, ਵੀ ਜੋ ਵੀ ਉਹਨੇ ਇਨਪੁਟ ਦੇਈ ਹੁੰਦੀ ਹੈ, ਅਤੇ ਉਹਦੇ ਲਈ ਇਨਪੁਟ ਡਿਵਾਈਸ ਕੋਲ ਟਰਾਂਸਲੇਟਰ ਦੀ ਜ਼ਰੂਰਤ ਹੁੰਦੀ ਹੈ, ਅਤੇ ਆਊਟਪੁੱਟ ਜਦੋਂ ਪ੍ਰਦਾਨ ਕਰਦਾ ਆਊਟਪੁੱਟ ਡਿਵਾਈਸ ਕੋਲ ਵੀ ਟਰਾਂਸਲੇਟਰ ਹੁੰਦਾ ਹੈ। ਜੀ ਬਹੁਤ ਵਧੀਆ ਸਵਾਲ ਨੇ। ਅੱਗੇ
ਸਰ ਮੇਰਾ ਨਾਮ ਕਾਜਲ ਹੈ। ਮੇਰੇ ਦੋ ਸਵਾਲ ਨੇ। ਪਹਿਲਾ ਸਵਾਲ ਇਹ ਹੈ ਕਿ ਕੰਪਿਊਟਰ ਜਾਂ ਸਮਾਰਟਫੋਨ 'ਚੋਂ ਕਿਸ ਦੀ ਵਰਤੋਂ ਕਰਨੀ ਮਤਲਬ ਜ਼ਿਆਦਾ ਵਧੀਆ ਹੈ, ਅਤੇ ਦੂਜਾ ਮੇਰਾ ਸਵਾਲ ਇਹ ਹੈ ਕਿ ਸਭ ਤੋਂ ਵਧੀਆ ਵੈਬ ਬਰਾਊਜ਼ਰ ਕਿਹੜਾ ਮੰਨਿਆ ਜਾ ਸਕਦਾ ਹੈ। ਜੀ ਅਗਲਾ ਸਵਾਲ। ਮੇਰਾ ਨਾਮ ਜਗਦੀਸ਼ ਸਿੰਘ ਹੈ। ਮੇਰਾ ਸਵਾਲ ਰੋਮ ਅਤੇ ਰੈਮ ਵਿੱਚ ਫ਼ਰਕ ਕੀ ਹੈ, ਹਾਰਡਵੇਅਰ ਵਿੱਚ ਕੀ ਫ਼ਰਕ ਹੈ। ਦੂਜਾ ਸਵਾਲ ਹਾਰਡਵੇਅਰ ਤੇ ਕਿਹਦੇ ਵਿੱਚ ਫਰਕ? ਹਾਰਡਵੇਅਰ ਵਿੱਚ ਕੀ ਫ਼ਰਕ ਹੈ, ਸਿਸਟਮ ਜੀ ਸਰ ਮੇਰਾ ਨਾਮ ਕਰਨਵੀਰ ਸਿੰਘ ਹੈ। ਮੇਰਾ ਸਵਾਲ ਹੈ ਜੀ, ਜਿਹੜੇ ਇਹ ਫੋਟੋਸ਼ੋਪ ਐਪ ਹੈ ਇਹ ਫ੍ਰੀਵੇਅਰ ਸੌਫਟਵੇਅਰ ਹੈ ਜਾਂ ਸ਼ੇਅਰਵੇਅਰ ਸੌਫਟਵੇਅਰ ਹੈ, ਅਤੇ ਅਸੀਂ ਇਸ ਨੂੰ ਮੋਬਾਈਲ ਫੋਨ ਵਿੱਚ ਯੂਜ਼ ਕਰ ਸਕਦੇ ਹਾਂ ਪਲੇ ਸਟੋਰ ਤੋਂ ਇੰਸਟਾਲ ਕਰਕੇ। ਜੀ ਸਰ ਮੇਰਾ ਨਾਮ ਹਰਪ੍ਰੀਤ ਹੈ ਜੀ। ਮੇਰਾ ਸਵਾਲ ਹੈ ਨੈੱਟ ਕਨੈਕਸ਼ਨ ਦੇ ਜਿਹੜੇ ਟਾਈਪਸ ਹੈਗੀਆਂ ਨੇ DSL ਤੇ ਕੇਬਲ 'ਚ ਕੀ ਅੰਤਰ ਹੈ ਜੀ? ਜੀ ਬਹੁਤ ਵਧੀਆ ਸਵਾਲ ਨੇ, ਇੱਕ ਇੱਕ ਕਰਕੇ ਅਸੀਂ ਇਹਨਾਂ ਦਾ ਜਵਾਬ ਵੀ ਦੇਵਾਂਗੇ। ਵੀਡੀਓ ਥੋੜ੍ਹੀ ਜਿਹੀ ਇਹ ਜਿਹੜੀ ਆਡੀਓ ਲੈਕਚਰ ਥੋੜ੍ਹਾ ਲੰਬਾ ਹੋ ਗਿਆ, ਪਰ ਥੋੜ੍ਹਾ ਜਿਹਾ ਸੰਤੋਖ ਦੇ ਨਾਲ ਇਹਨੂੰ ਜ਼ਰੂਰ ਸੁਣ ਲੈਣਾ। ਮੇਰਾ ਨਾਮ ਕੁਲਦੀਪ ਸਿੰਘ ਹੈ ਜੀ। ਮੇਰਾ ਪਹਿਲਾ ਸਵਾਲ ਤਾਂ ਇਹ ਹੈ ਕਿ ਕੰਪਿਊਟਰ ਦਾ ਜਿਹੜਾ ਨਾਮ ਪਹਿਲਾਂ ਰੱਖਿਆ ਗਿਆ ਸੀ ਕੰਪਿਊਟਰ, ਜੇ ਅੱਜ ਦੇ ਸਮੇਂ ਦੇ ਵਿੱਚ ਕੰਪਿਊਟਰ ਦਾ ਕੋਈ ਨਵਾਂ ਨਾਮ ਰੱਖਣਾ ਹੋਵੇ ਕਾਰਜ ਪ੍ਰਣਾਲੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤਾਂ ਕੀ ਹੋ ਸਕਦਾ। ਅਤੇ ਦੂਸਰਾ ਸਵਾਲ ਹੈ ਕਿ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਇੰਟਰਨੈੱਟ ਲਈ ਜਿਹੜੀਆਂ ਤਾਰਾਂ ਵਰਤੀਆਂ ਜਾਂਦੀਆਂ ਨੇ ਉਹ ਕਿਹੜੀਆਂ ਵਰਤੀਆਂ ਜਾਂਦੀਆਂ ਨੇ। ਆਡੀਓ ਸੁਣਨ ਵਾਲੇ ਸਾਰੇ ਦੋਸਤੋ ਤੇ ਮੇਰੇ ਵਿਦਿਆਰਥੀਓ, ਕੁਝ ਸਵਾਲ ਮੇਰੇ ਕੋਲ ਆਏ ਸੀ, ਇਕੱਠਿਆਂ ਹੀ ਇਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਪਹਿਲਾ ਸਵਾਲ ਸੀ ਕਿ ਬੈਂਕਾਂ ਦੇ ਵਿੱਚ ਕਿਹੜਾ ਕੰਪਿਊਟਰ ਵਰਤਿਆ ਜਾਂਦਾ ਹੈ। ਆਪਾਂ ਦੇਖਦੇ ਹਾਂ ਕਿ ਬੈਂਕਾਂ ਦੇ ਵਿੱਚ ਵੱਡੇ ਕੰਪਿਊਟਰ ਵਰਤੇ ਜਾਂਦੇ ਨੇ, ਔਰ ਹਰੇਕ ਕੰਪਿਊਟਰ ਦੇ ਨਾਲ CPU ਨਹੀਂ ਰੱਖਿਆ ਜਾਂਦਾ। ਇੱਕੋ ਹੀ ਵੱਡਾ ਪਾਵਰਫੁਲ ਕੰਪਿਊਟਰ ਦੇ ਨਾਲ ਕੰਪਿਊਟਰਾਂ ਦੇ ਬਾਕੀ ਹਿੱਸੇ ਜੋੜ ਦਿੱਤੇ ਜਾਂਦੇ ਨੇ, ਯਾਨੀ ਕਿ ਮੋਨੀਟਰ, ਕੀਬੋਰਡ ਅਤੇ ਮਾਊਸ, ਜਿਹਨੂੰ ਅਸੀਂ ਟਰਮੀਨਲ ਕਹਿੰਦੇ ਹਾਂ। ਤੋਂ ਅਲੱਗ-ਅਲੱਗ ਟਰਮੀਨਲ ਜਿਹੜੇ ਨੇ ਉਹ ਜੁੜੇ ਹੁੰਦੇ ਨੇ। ਜ਼ਿਆਦਾਤਰ ਬੈਂਕਾਂ ਦੇ ਵਿੱਚ ਮਿੰਨੀ ਕੰਪਿਊਟਰ ਵਰਤੇ ਜਾਂਦੇ ਨੇ। SSD ਅਤੇ ਹਾਰਡ ਡਿਸਕ ਦੇ ਵਿੱਚ ਫ਼ਰਕ ਪੁੱਛਿਆ ਤੁਸਾਂ ਨੇ, ਬਹੁਤ ਵੱਡਾ ਫ਼ਰਕ ਹੈ। SSD ਵੀ ਫਲੈਸ਼ ਡਰਾਈਵ ਹੈ। ਅੱਗੇ ਇੱਕ ਸਵਾਲ ਤੁਸੀਂ ਕੀਤਾ ਸੀ, ਫਲੈਸ਼ ਡਰਾਈਵ ਜਿਹੜੀ ਕਿ ਫਟਾਫਟ ਚਾਲੂ ਹੋ ਜਾਏ, ਜਿਹਦੇ ਵਿੱਚ ਕੋਈ ਵੀ ਘੁੰਮਣ ਵਾਲਾ ਹਿੱਸਾ ਨਾ ਹੋਵੇ। ਸੋ SSD ਸੋਲਿਡ ਸਟੇਟ ਡਿਵਾਈਸ ਹੈ, ਜਿਹਦੇ ਵਿੱਚ ਕੋਈ ਘੁੰਮਣ ਵਾਲੀ ਚੀਜ਼ ਨਹੀਂ, ਕੋਈ ਮਕੈਨੀਕਲ ਚੀਜ਼ ਨਹੀਂ ਹੈ। ਇਸ ਕਰਕੇ ਇਹ ਘਸਦੀ ਨਹੀਂ, ਖਰਾਬ ਨਹੀਂ ਹੁੰਦੀ। ਇਹਦੀ ਜਿਹੜੀ ਹੈ ਡਿਊਰੇਬਿਲਟੀ, ਇਹਦੀ ਜਿਹੜੀ ਹੈ ਉਮਰ ਲੰਬੀ ਹੈ। ਹਾਰਡ ਡਿਸਕ ਦੇ ਵਿੱਚ ਬਹੁਤ ਸਾਰੀਆਂ ਪਲੇਟਾਂ ਘੁੰਮਦੀਆਂ ਨੇ, ਹੈੱਡ ਘੁੰਮਦੇ ਨੇ, ਦੋ ਤਰ੍ਹਾਂ ਦੀਆਂ ਮੋਟਰਾਂ ਹੁੰਦੀਆਂ ਨੇ। ਕਦੇ ਮੋਟਰ ਖਰਾਬ ਹੋ ਗਈ, ਕਦੇ ਪਲੇਟਰ ਦੀ ਅਲਾਈਨਮੈਂਟ ਵਿਗੜ ਗਈ, ਤਾਂ ਹਾਰਡ ਡਿਸਕ ਖਰਾਬ ਹੋ ਸਕਦੀ ਹੈ। ਸੋ ਇਸ ਕਰਕੇ SSD ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਹ ਫਾਸਟ ਵੀ ਹੈ, ਮਹਿੰਗੀ ਜ਼ਰੂਰ ਹੈ, ਪਰ ਲੰਬੇ ਸਮੇਂ ਤੱਕ ਡਾਟੇ ਨੂੰ ਤੁਹਾਡੇ ਨੂੰ ਸੇਵ ਕਰਕੇ ਰੱਖ ਸਕਦੀ ਹੈ। ਸਵਾਲ ਸੀ ਅਗਲਾ ਪੰਚ ਕਾਰਡ ਬਾਰੇ। ਪੰਚ ਕਾਰਡ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਡਿਜੀਟਲ ਕੰਪਿਊਟਰ ਬਣਿਆ, ਹਰਮਨ ਹੌਲੀਰਿਥ ਨੇ ਪੰਚ ਕਾਰਡ ਦੀ ਕਾਰਡ ਕੱਢੀ। ਪੰਚ ਕਾਰਡ ਇੱਕ ਗੱਤੇ ਦਾ ਕਾਰਡ ਹੈ। ਉਸ ਕਾਰਡ ਦੇ ਉੱਤੇ ਪੰਚ ਕਰਕੇ ਡਾਟਾ ਸਟੋਰ ਕੀਤਾ ਜਾਂਦਾ ਸੀ। ਸੋ ਉਹਦੇ 'ਤੇ ਮੋਹਰੇ ਕਰਕੇ ਡਾਟੇ ਨੂੰ ਸਾਂਭਿਆ ਜਾਂਦਾ ਸੀ। ਇਹ ਇੱਕ ਤਰ੍ਹਾਂ ਦਾ ਇਨਪੁਟ ਯੂਨਿਟ ਵੀ ਸੀ, ਸਟੋਰੇਜ ਯੂਨਿਟ ਵੀ ਸੀ। ਜਦੋਂ ਉਸ ਪੰਚ ਕੀਤੇ ਹੋਏ ਕਾਰਡ ਨੂੰ ਇੱਕ ਮਸ਼ੀਨ ਵਿੱਚ ਪਾਇਆ ਜਾਂਦਾ ਸੀ ਤਾਂ ਮਸ਼ੀਨ ਸਮਝ ਜਾਂਦੀ ਸੀ ਕਿ ਇਹਦੇ ਵਿੱਚ ਕਿਹੜੀ ਇਨਫੋਰਮੇਸ਼ਨ ਹੈ। ਯਾਨੀ ਕਿ ਇੱਕ ਦੇਸੀ ਕਿਸਮ ਦਾ ਉਸ ਟਾਈਮ ਇਹ ਵਿਵਸਥਾ ਸੀ ਡਾਟੇ ਨੂੰ ਸਟੋਰ ਕਰਨ ਦੀ। ਅੱਗੇ ਸਾਡੇ ਕੋਲ ਸਵਾਲ ਸੀ ਕਿ ਪੈਨ ਡਰਾਈਵ ਦੇ ਵਿੱਚ ਜੇ ਵਾਇਰਸ ਆ ਜਾਂਦਾ ਤਾਂ ਉਹਨੂੰ ਕੱਢਣ ਦੇ ਲਈ ਕਿਹੜਾ ਯੂਟਿਲਿਟੀ ਪ੍ਰੋਗਰਾਮ ਸਾਡੇ ਕੰਪਿਊਟਰ ਦੇ ਵਿੱਚ ਹੁੰਦਾ ਹੈ। ਕੰਪਿਊਟਰ 'ਚ ਆਲਰੇਡੀ ਯੂਟਿਲਿਟੀ ਪ੍ਰੋਗਰਾਮ ਹੈ, ਜਿਹਨੂੰ ਅਸੀਂ ਸਕੈਨਰ ਕਹਿੰਦੇ ਹਾਂ, ਵਾਇਰਸ ਸਕੈਨਰ। ਜਿਵੇਂ ਮਾਈਕਰੋਸਾਫਟ ਵਿੰਡੋਜ਼ ਦੇ ਵਿੱਚ ਤੁਹਾਡੇ ਕੋਲ ਵਿੰਡੋਜ਼ ਡਿਫੈਂਡਰ ਨਾਂ ਦਾ ਐਂਟੀਵਾਇਰਸ ਪਹਿਲਾਂ ਹੀ ਪਾਇਆ ਹੋਇਆ ਹੈ। ਸੋ ਉਹ ਜਿਹੜਾ ਸਕੈਨਰ ਹੈ ਤੁਸੀਂ ਵਰਤ ਸਕਦੇ ਹੋ, ਜਾਂ ਥਰਡ ਪਾਰਟੀ ਪ੍ਰੋਗਰਾਮ K7, ਨੋਰਟਨ, AVG, ਕੋਈ ਵੀ ਅਵਾਸਟ, ਉਹ ਐਂਟੀਵਾਇਰਸ ਤੁਸੀਂ ਵਰਤ ਸਕਦੇ ਹੋ। ਸਵਾਲ ਸੀ ਕਿ ਸਮਾਰਟਫੋਨ ਤੇ ਕੰਪਿਊਟਰ ਦੇ ਵਿੱਚੋਂ ਕਿਹੜੀ ਚੀਜ਼ ਵਰਤਣੀ ਚਾਹੀਦੀ ਹੈ। ਤਾਂ ਸਵਾਲ ਦਾ ਜਵਾਬ ਦੇਣਾ ਬਹੁਤ ਮੁਸ਼ਕਲ ਹੈ, ਨਿਰਭਰ ਕਰਦਾ ਹੈ ਤੁਹਾਡੀ ਲੋੜ ਦੇ ਉੱਤੇ। ਤੁਸੀਂ ਕਿਸ ਤਰ੍ਹਾਂ ਦਾ ਕੰਮ ਲੈਣਾ ਚਾਹੁੰਦੇ ਹੋ, ਉਸ ਤਰ੍ਹਾਂ ਦਾ ਕੰਮ ਲੈਣ ਦੇ ਲਈ ਤੁਸੀਂ ਡਿਵਾਈਸ ਦੀ ਵਰਤੋਂ ਕਰ ਸਕਦੇ ਹੋ। ਮਸਲਨ ਜੇ ਤੁਸੀਂ ਤੁਰਦੇ ਫਿਰਦੇ, ਘੁੰਮਦੇ ਫਿਰਦੇ, ਸਫ਼ਰ ਦੌਰਾਨ ਕੁਝ ਵਰਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੰਪਿਊਟਰ ਲੈਣਾ ਪਏਗਾ, ਉਹ ਵੀ ਲੈਪਟਾਪ। ਜੇ ਹੋਰ ਛੋਟਾ ਲੈਣਾ ਤਾਂ ਟੈਬਲੇਟ ਲੈਣਾ ਪਊਗਾ, ਨਹੀਂ ਤਾਂ ਸਮਾਰਟਫੋਨ ਵਧੀਆ ਕਿਸਮ ਦਾ ਤੁਹਾਡੇ ਕੋਲ ਹੋਵੇ, ਵੱਡੀ ਸਕਰੀਨ ਵਾਲਾ ਹੋਵੇ, 6.5 ਇੰਚ ਤੋਂ ਵੱਡਾ, ਤਾਂ ਤੁਸੀਂ ਉਹਦੇ ਤੋਂ ਕੰਪਿਊਟਰ ਵਾਲਾ ਕੰਮ ਵੀ ਲੈ ਸਕਦੇ ਹੋ। ਵਿੰਡੋ ਵਾਲੇ ਸੌਫਟਵੇਅਰ ਤੁਸੀਂ ਇੰਸਟਾਲ ਕਰਨਾ ਚਾਹੁੰਦੇ ਹੋ ਆਪਣੇ ਮੋਬਾਈਲ ਦੇ ਵਿੱਚ ਤਾਂ ਵਿੰਡੋਜ਼ ਵਾਲਾ ਮੋਬਾਈਲ ਲੈ ਲਓ। ਸੋ ਇਸ ਕਰਕੇ ਇਹਦਾ ਕੋਈ ਸਵਾਲ ਦਾ ਜਵਾਬ ਨਿਸ਼ਚਿਤ ਤੌਰ 'ਤੇ ਦੇਣਾ ਬੜਾ ਮੁਸ਼ਕਲ ਹੈ, ਤੁਹਾਡੀ ਲੋੜ 'ਤੇ ਨਿਰਭਰ ਕਰੇਗਾ। ਅਗਲਾ ਸਵਾਲ ਸੀ ਵੈਬ ਬਰਾਊਜ਼ਰ ਕਿਹੜਾ ਵਧੀਆ। ਵੈਬ ਬਰਾਊਜ਼ਰ ਸਾਰੇ ਹੀ ਵਧੀਆ ਨੇ, ਫਿਰ ਵੀ ਜਿਹੜਾ ਲਾਈਟ ਵੇਟਡ ਹੈ ਜਾਂ ਹਲਕਾ ਫੁਲਕਾ ਹੈ ਉਹ ਗੂਗਲ ਕਰੋਮ ਮੰਨਿਆ ਜਾਂਦਾ ਹੈ। ਪਰ ਭਾਸ਼ਾ
ਖੇਤਰੀ ਭਾਸ਼ਾ ਦੇ ਵਿੱਚ ਕੰਮ ਕਰਨਾ, ਵੈਬਸਾਈਟਾਂ ਖੋਲ੍ਹਣੀਆਂ ਨੇ, ਤਾਂ ਮੋਜ਼ੀਲਾ ਫਾਇਰਫੌਕਸ ਸਭ ਤੋਂ ਵਧੀਆ ਹੈ ਔਰ ਇਹ ਸਿਕਿਉਰ ਵੀ ਹੈ, ਕਿਉਂਕਿ ਇਹਦੇ ਵਿੱਚ ਮਾਸਟਰ ਪਾਸਵਰਡ ਲੱਗ ਜਾਂਦਾ ਹੈ ਤੇ ਉਸ ਪਾਸਵਰਡ ਦੇ ਹੇਠਾਂ ਤੁਸੀਂ ਆਪਣੇ ਬਾਕੀ ਸਾਰੇ ਪਾਸਵਰਡ ਸੇਵ ਵੀ ਕਰ ਸਕਦੇ ਹੋ। ਸਵਾਲ ਸੀ ਰੈਮ ਤੇ ਰੋਮ ਦੇ ਵਿੱਚ ਫ਼ਰਕ ਕੀ ਹੈ, ਪਹਿਲਾਂ ਮੈਂ ਦੱਸ ਚੁੱਕਿਆ। ਫਿਰ ਵੀ ਰੋਮ ਰੀਡ ਓਨਲੀ ਮੈਮਰੀ ਹੈ ਤੇ ਰੈਮ ਰੈਂਡਮ ਐਕਸੈਸ ਮੈਮਰੀ ਹੈ। ਰੋਮ ਦੇ ਵਿੱਚ ਤੁਹਾਡਾ ਬੂਟ ਸਟ੍ਰੈਪ ਲੋਡਰ ਨਾਂ ਦਾ ਪ੍ਰੋਗਰਾਮ ਹੁੰਦਾ ਹੈ। ਰੈਮ ਦੇ ਵਿੱਚ ਡਾਟਾ ਮਿਟਦਾ ਵੀ ਰਹਿੰਦਾ ਹੈ, ਡਾਟਾ ਦੁਬਾਰਾ ਸੇਵ ਵੀ ਹੁੰਦਾ ਰਹਿੰਦਾ ਹੈ ਤੇ ਇਹਦੇ ਵਿੱਚ ਕੈਲਕੂਲੇਸ਼ਨ ਵੀ ਹੁੰਦੀਆਂ ਨੇ। ਕੋਈ ਵੀ ਚੀਜ਼ ਜਿਹੜੀ ਕੰਪਿਊਟਰ ਦੇ ਉੱਤੇ ਚੱਲਣੀ ਹੈ ਉਹ ਸਭ ਤੋਂ ਪਹਿਲਾਂ ਰੈਮ ਦੇ ਵਿੱਚ ਲੋਕੇਸ਼ਨ ਦੇ ਉੱਤੇ ਜਾ ਕੇ, ਰੈਮ ਦੀ ਲੋਕੇਸ਼ਨ ਦੇ ਉੱਤੇ ਜਾ ਕੇ ਸੇਵ ਹੋਣੀ ਹੈ। ਫੋਟੋਸ਼ਾਪ ਕਿਹਾ ਗਿਆ ਹੈ ਕਿ ਫ੍ਰੀਵੇਅਰ ਹੈ ਜਾਂ ਸ਼ੇਅਰਵੇਅਰ ਹੈ, ਤਾਂ ਫੋਟੋਸ਼ਾਪ ਕਿਉਂਕਿ ਬਹੁਤ ਮਹਿੰਗਾ ਸੌਫਟਵੇਅਰ ਹੈ ਅਡੋਬ ਦਾ, ਤੇ ਇਹ ਇੱਕ ਤਰ੍ਹਾਂ ਦਾ ਸ਼ੇਅਰਵੇਅਰ ਸੌਫਟਵੇਅਰ ਹੈ ਜਿਹਨੂੰ ਖਰੀਦਣਾ ਪੈਂਦਾ ਹੈ, ਇਹ ਬਿਲਕੁਲ ਫ੍ਰੀ ਨਹੀਂ ਹੈ। ਤੇ ਮੋਬਾਈਲ ਦੇ ਵਿੱਚ ਚੱਲਣ ਵਾਲਾ ਫੋਟੋਸ਼ਾਪ ਦਾ ਵਰਜ਼ਨ ਵੀ ਉਪਲਬਧ ਹੈ, ਤੁਸੀਂ ਇਹਨੂੰ ਪਲੇ ਸਟੋਰ ਦੇ ਉੱਤੋਂ ਡਾਊਨਲੋਡ ਕਰ ਸਕਦੇ ਹੋ। DSL ਤੇ ਕੇਬਲ ਦੇ ਵਿੱਚ ਫ਼ਰਕ ਕੀ ਹੈ? ਇੰਟਰਨੈਟ ਦੇ ਦੋਨੇ ਹੀ ਇਹ ਸਾਡੇ ਕੋਲੇ ਰੂਪ ਨੇ। ਤਾਂ DSL ਨਾਲੋਂ ਕੇਬਲ ਜਿਹੜੀਆਂ ਨੇ ਉਹਨਾਂ ਦੀ ਰਫ਼ਤਾਰ ਜ਼ਿਆਦਾ ਤੇਜ਼ ਹੁੰਦੀ ਹੈ। DSL ਤਾਂ ਟੈਲੀਫੋਨ ਵਾਲੀ ਕੇਬਲ ਸੀਗੀ ਔਰ ਇਹ ਜਿਹੜੀ ਕਿ ਸਿੰਪਲ ਕੇਬਲ ਹੈ ਉਹ ਸਪੈਸ਼ਲ ਟੈਲੀਫੋਨ ਵਾਸਤੇ ਵੱਖਰੀ ਤਾਰ ਖਿੱਚੀ ਜਾਂਦੀ ਹੈ। ਵੈਬਸਾਈਟ ਦੀ ਲੈਂਗੁਏਜ ਕਿਹੜੀ ਹੈ, ਯਾਨੀ ਕਿ ਵੈਬਸਾਈਟ ਤਿਆਰ ਕਰਨੀ ਹੈ ਤਾਂ ਤੁਹਾਨੂੰ ਕਿਹੜੀ ਪ੍ਰੋਗਰਾਮਿੰਗ ਲੈਂਗੁਏਜ ਦਾ ਇਸਤੇਮਾਲ ਕਰਨਾ ਪਏਗਾ। ਤਾਂ ਧਿਆਨ ਰੱਖੋ, ਜਦੋਂ ਵੀ ਕੋਈ ਵੈਬਸਾਈਟ ਬਣਾਉਣੀ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ HTML ਯਾਨੀ ਕਿ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਤੁਹਾਨੂੰ ਸਿੱਖਣੀ ਪਏਗੀ। ਤਾਂ ਉਹਦੇ ਵਿੱਚ ਕੰਮ ਕਰਨਾ ਆ ਗਿਆ ਤਾਂ ਵੈਬਸਾਈਟ ਡਿਜ਼ਾਈਨ ਕਰ ਸਕਦੇ ਹੋ। ਪੈਨ ਡਰਾਈਵ ਨੂੰ ਫਲੈਸ਼ ਡਰਾਈਵ ਕਿਉਂ ਕਹਿੰਦੇ ਆ? ਫਲੈਸ਼ ਡਰਾਈਵ ਇਸ ਕਰਕੇ ਕਹਿੰਦੇ ਆ ਕਿਉਂਕਿ ਇਹਦੇ ਵਿੱਚ ਜਿਹੜੀ ਮੈਮਰੀ ਉਹ ਫਲੈਸ਼ ਮੈਮਰੀ ਹੁੰਦੀ ਹੈ। ਸੋ ਜਿਹੜੀ ਪੈਨ ਡਰਾਈਵ ਨੂੰ ਫਲੈਸ਼ ਡਰਾਈਵ ਕਹਿੰਦੇ ਆ ਤੇ USB ਡਰਾਈਵ ਇਸ ਕਰਕੇ ਕਹਿੰਦੇ ਆ ਕਿਉਂਕਿ ਕੰਪਿਊਟਰ ਦੇ USB ਪੋਰਟ ਦੇ ਵਿੱਚ ਇਹਨੇ ਲੱਗਣਾ ਹੁੰਦਾ ਹੈ। ਸਰਚ ਇੰਜਣ ਤੇ ਵੈਬ ਬਰਾਊਜ਼ਰ ਦੇ ਵਿੱਚ ਫ਼ਰਕ ਪੁੱਛਿਆ ਗਿਆ। ਸਰਚ ਇੰਜਣ ਤੇ ਵੈਬ ਬਰਾਊਜ਼ਰ ਦੋਨੇ ਹੀ ਪ੍ਰੋਗਰਾਮ ਨੇ, ਵੈਬ ਪ੍ਰੋਗਰਾਮ ਨੇ ਜਿਹੜੇ ਇੰਟਰਨੈਟ ਤੇ ਚੱਲਣ ਵਾਲੇ ਨੇ। ਤੋ ਸਰਚ ਇੰਜਣ ਜਿਹੜੇ ਨੇ ਉਹ ਜਿੰਨੀਆਂ ਵੀ ਵੈਬਸਾਈਟਾਂ ਦੁਨੀਆ ਚੱਲ ਰਹੀਆਂ ਨੇ ਉਹਨਾਂ ਵਿੱਚੋਂ ਜਾਣਕਾਰੀ ਕੱਢ ਕੇ ਲੱਭ ਕੇ ਸਰਚ ਕਰਕੇ ਸਾਡੇ ਮੂਹਰੇ ਰੱਖ ਦਿੰਦੇ ਨੇ ਤੇ ਵੈਬ ਬਰਾਊਜ਼ਰ ਸਾਨੂੰ ਸੁਵਿਧਾ ਦਿੰਦੇ ਨੇ ਕੋਈ ਹੋਰ ਵੈਬਸਾਈਟ ਖੋਲ੍ਹਣ ਦੀ। ਇਸੇ ਤਰ੍ਹਾਂ ਸਵਾਲ ਸੀਗਾ ਬੂਟਿੰਗ। ਤਾਂ ਬੂਟਿੰਗ ਬਹੁਤ ਪੇਚੀਦਾ ਮਸਲਾ ਹੈ। ਬੂਟਿੰਗ ਮੀਨਸ ਕਿ ਕੰਪਿਊਟਰ ਨੂੰ ਚਾਲੂ ਕਰਨਾ। ਕੰਪਿਊਟਰ ਦੇ ਵਿੱਚ ਜਿਹੜੀ ਹਾਰਡ ਡਿਸਕ ਦੇ ਵਿੱਚ ਫਾਈਲਾਂ ਵਿੰਡੋ ਦੀਆਂ ਪਈਆਂ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਰੈਮ ਦੇ ਉੱਤੇ ਲੋਡ ਕਰਨਾ। ਲੋਡ ਕਿਉਂ ਹੋਣਗੀਆਂ? ਜਦੋਂ ਰੋਮ ਦਾ ਬੂਟ ਸਟ੍ਰੈਪ ਲੋਡਰ ਇੰਸਟਰਕਸ਼ਨ ਦੇਵੇਗਾ ਤਾਂ ਉਦੋਂ ਲੋਡ ਹੋਣਗੀਆਂ। ਲੋਡ ਹੋ ਜਾਣਗੀਆਂ ਤਾਂ ਕੰਪਿਊਟਰ ਬੂਟ ਹੋ ਜਾਏਗਾ, ਉਹਦੀ ਪਹਿਲੀ ਸਕਰੀਨ ਯਾਨੀ ਕਿ ਡੈਸਕਟਾਪ ਨਜ਼ਰ ਆਏਗੀ। ਬੂਟਿੰਗ ਜਿਹੜੀ ਹੈ ਹੌਟ ਬੂਟਿੰਗ ਤੇ ਕੋਲਡ ਬੂਟਿੰਗ ਦੋ ਤਰ੍ਹਾਂ ਦੀ ਹੁੰਦੀ ਹੈ। ਹੌਟ ਬੂਟਿੰਗ, ਕੋਲਡ ਬੂਟਿੰਗ, ਜਿਹਦੇ ਵਿੱਚ ਤੁਸੀਂ ਇੱਕ ਦੇ ਵਿੱਚ ਤਾਂ ਇਹ ਹੁੰਦਾ ਹੈ ਕਿ ਜਿਹੜੀ ਰੈਮ ਦੇ ਵਿੱਚ ਪਿਆ ਹੋਇਆ ਡਾਟਾ ਉਹ ਉੱਥੇ ਹੀ ਸੇਵ ਰਹਿੰਦਾ, ਤੁਸੀਂ ਕੰਪਿਊਟਰ ਨੂੰ ਦੁਬਾਰਾ ਤੋਂ ਚਾਲੂ ਕਰ ਲੈਂਦੇ ਹੋ। ਦੂਜੀ ਬੂਟਿੰਗ ਐਸੀ ਹੈ ਕਿ ਸਾਰੀ ਰੈਮ ਨੂੰ ਖਾਲੀ ਕਰਕੇ ਦੁਬਾਰਾ ਮੁੱਢ ਤੋਂ ਬੂਟ ਕੀਤਾ ਜਾਂਦਾ ਹੈ। ਸੋ ਬੂਟਿੰਗ ਇਸ ਤਰ੍ਹਾਂ ਦੋ ਕਿਸਮ ਦੀ ਬਣ ਜਾਂਦੀ ਹੈ। ਨੈਟਵਰਕ ਜਿਹੜਾ ਹੈ ਟੈਲੀਫੋਨ ਦਾ ਜਾਂ ਇੰਟਰਨੈਟ ਦਾ ਸਾਰਾ ਕਿਵੇਂ ਕੰਮ ਕਰਦਾ ਹੈ, ਸੰਖੇਪ ਦੇ ਵਿੱਚ ਮੈਂ ਜਾਣਕਾਰੀ ਦੇ ਦਿਆਂ ਕਿ ਜਿਵੇਂ ਤੁਸੀਂ ਸਮਾਰਟਫੋਨ ਵਰਤਦੇ ਹੋ, ਮੋਬਾਈਲ ਵਰਤਦੇ ਹੋ, ਸਾਡੇ ਕੋਲ ਦੋ ਤਰ੍ਹਾਂ ਦੇ ਟਾਵਰ ਹੁੰਦੇ ਨੇ। ਸੈਲੂਲਰ ਫੋਨ ਅਸੀਂ ਇਸ ਕਰਕੇ ਕਹਿੰਦੇ ਹਾਂ ਕਿ ਛੋਟੇ ਛੋਟੇ ਸੈੱਲਾਂ ਦੇ ਵਿੱਚ ਸਾਰੀ ਜ਼ਮੀਨ ਜਿਹੜੀ ਹੈ, ਧਰਤੀ ਹੈ, ਭੂਗੋਲ ਹਿੱਸਾ ਉਹ ਵੰਡਿਆ ਹੋਇਆ। ਹਰੇਕ ਸੈੱਲ ਦੇ ਵਿੱਚ ਜਾਂ 2-3 ਸੈੱਲਾਂ ਦਾ ਇੱਕ ਟਾਵਰ ਹੁੰਦਾ ਹੈ। ਉੱਥੋਂ ਰੇਂਜ ਆ ਰਹੀ ਹੈ, ਤੁਹਾਨੂੰ ਰਿੰਗ ਆ ਰਹੀ ਹੈ, ਤੁਸੀਂ ਜਿਹੜੀ ਗੱਲ ਕਰ ਰਹੇ ਹੋ ਤੁਹਾਡੇ ਉਸ ਏਰੀਆ ਦਾ ਜਿਹੜਾ ਸੈਲੂਲਰ ਟਾਵਰ ਹੈ ਉੱਥੇ ਜਾਂਦਾ ਹੈ। ਉਹ ਟਾਵਰ ਅਗਾਂਹ ਫਿਰ ਵੱਡਾ ਮਾਈਕ੍ਰੋਵੇਵ ਟਾਵਰ ਦੇ ਨਾਲ ਜੁੜਿਆ ਹੁੰਦਾ ਹੈ। ਉੱਥੇ ਸਾਰਾ ਡਾਟਾ ਵੱਡੇ ਮਾਈਕ੍ਰੋਵੇਵ ਟਾਵਰ ਨੂੰ ਜਾਂਦਾ ਹੈ। ਉਸ ਟਾਵਰ ਤੋਂ ਸਿਗਨਲ ਜਿਹੜਾ ਹੈ ਉਹ ਟੈਲੀਫੋਨ ਐਕਸਚੇਂਜ ਦੇ ਵਿੱਚ ਇੱਕ ਵੱਡਾ ਉੱਚਾ ਮਾਈਕ੍ਰੋਵੇਵ ਟਾਵਰ ਲੱਗਿਆ ਹੁੰਦਾ ਹੈ। ਉਹ ਸਾਰਾ ਡਾਟਾ ਫਿਰ ਉਸ ਟਾਵਰ ਦੇ ਉੱਤੇ ਜਾਂਦਾ ਹੈ। ਉੱਥੋਂ ਫਿਰ ਅਪਲਿੰਕ ਹੁੰਦਾ ਸੈਟੇਲਾਈਟ ਦੇ ਲਈ। ਉਪਗ੍ਰਹਿ ਉਹਨੂੰ ਪਕੜਦੇ ਨੇ, ਉਪਗ੍ਰਹਿ ਸਿਗਨਲ ਨੂੰ ਹਾਈ ਕਰਕੇ ਉਹਦੀ ਪਾਵਰ ਵਧਾ ਕੇ ਉੱਤੋਂ ਧਰਤੀ ਤੋਂ ਉਹ ਛੱਡਦੇ ਨੇ ਤੇ ਪੂਰੀ ਧਰਤੀ ਦੇ ਉੱਤੇ ਸਿਗਨਲ ਫੈਲ ਜਾਂਦਾ। ਹਾਲਾਂਕਿ ਘੱਟੋ ਘੱਟ 3 ਸੈਟੇਲਾਈਟ ਚਾਹੀਦੇ ਨੇ ਪੂਰੀ ਧਰਤੀ ਨੂੰ ਕਵਰ ਕਰਨ ਦੇ ਲਈ ਤੇ ਪੂਰੀ ਦੁਨੀਆ ਦੇ ਵਿੱਚ ਫਿਰ ਉਹ ਸਿਗਨਲ ਜਦੋਂ ਫੈਲ ਜਾਂਦਾ ਉਸੇ ਤਰ੍ਹਾਂ ਹੀ ਜਿਹੜਾ ਹੈ ਮਾਈਕ੍ਰੋਵੇਵ ਐਂਟੀਨਾ ਉਸ ਸ਼ਹਿਰ ਦੇ ਵਿੱਚ ਲੱਗਿਆ ਹੋਏਗਾ ਜਿੱਥੇ ਤੁਸੀਂ ਕਾਲ ਕੀਤੀ ਹੈ, ਉੱਥੇ ਉਹ ਰਿਸੀਵ ਹੋਏਗਾ। ਉੱਥੋਂ ਫਿਰ ਮੋਬਾਈਲ ਟਾਵਰ ਵਿੱਚ ਜਾਏਗਾ, ਮੋਬਾਈਲ ਟਾਵਰ ਤੋਂ ਉਸ ਸੈਲੂਲਰ ਫੋਨ ਦੇ ਨੈਟਵਰਕ ਦੇ ਛੋਟੇ ਟਾਵਰ ਦੇ ਵਿੱਚ ਜਾਏਗਾ। ਉਹ ਟਾਵਰ ਫਿਰ ਜਿਹੜਾ ਟਰਾਂਸਮੀਟਰ ਹੈ ਉਹ ਸਿਗਨਲ ਭੇਜੇਗਾ ਉਸ ਪਾਰਟੀਕੂਲਰ ਮੋਬਾਈਲ ਫੋਨ ਨੂੰ, ਜਿਸ ਮੋਬਾਈਲ ਨੂੰ ਉਸ ਸਿਗਨਲ ਨੇ ਜਾਣਾ।
ਤੇ ਉਸ ਬੰਦੇ ਦੇ ਫੋਨ ਦੇ ਉੱਤੇ ਰਿੰਗ ਵੱਜੇਗੀ। ਸੋ ਇਸ ਤਰ੍ਹਾਂ ਇਹ ਜਿਹੜਾ ਪੂਰੀ ਵਿਵਸਥਾ ਹੈ ਪੂਰੀ ਤਰ੍ਹਾਂ ਟੈਕਨੀਕਲ ਹੈ। ਇਹ ਸਮਝਣ ਦੇ ਲਈ ਹੋਰ ਲੰਬੇ ਲੈਕਚਰ ਦੀ ਲੋੜ ਹੈ, ਪਰ ਮੋٹے ਤੌਰ ਤੇ ਤੁਹਾਨੂੰ ਪਤਾ ਲੱਗ ਗਿਆ। ਦੋਸਤੋ, ਤੁਹਾਨੂੰ ਅੱਜ ਦਾ ਇਹ ਆਡੀਓ ਲੈਕਚਰ ਕਿਸ ਤਰ੍ਹਾਂ ਲੱਗਿਆ? ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹਦਾ ਬਹੁਤ ਫਾਇਦਾ ਹੋਏਗਾ। ਜਿਹੜੇ ਵਿਦਿਆਰਥੀ ਸਰਟੀਫਿਕੇਟ ਕੋਰਸ ਕਰ ਰਹੇ ਨੇ, ਡਿਪਲੋਮਾ ਕਰ ਰਹੇ ਨੇ, ITI ਕਰ ਰਹੇ ਨੇ, ਕੋਪਾ ਦਾ ਕੋਰਸ ਕਰ ਰਹੇ ਨੇ, 5 ਈਅਰ ਇੰਟੀਗ੍ਰੇਟਿਡ ਕੋਰਸ ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਨੇ ਸ਼ੁਰੂ ਕੀਤਾ ਉਹਦੇ ਪਹਿਲੇ ਸਮੈਸਟਰ ਦੇ ਵਿਦਿਆਰਥੀ ਨੇ, ਜਾਂ ਹੋਰਨਾਂ ਕੋਰਸਾਂ ਦੇ ਵਿੱਚ ਜਿਨ੍ਹਾਂ ਨੂੰ ਕੰਪਿਊਟਰ ਫੰਡਾਮੈਂਟਲ ਦਾ, ਕੰਪਿਊਟਰ ਦੀ ਮੁੱਢਲੀ ਜਾਣਕਾਰੀ ਦਾ ਵਿਸ਼ਾ ਲੱਗਿਆ ਹੋਇਆ ਹੈ, ਜਾਂ ਜਿਹੜੇ ਕੰਪੀਟੀਟਿਵ ਐਗਜ਼ਾਮਾਂ ਦੀ ਤਿਆਰੀ ਕਰ ਰਹੇ ਨੇ, ਕੋਈ ਪਟਵਾਰੀ ਦਾ ਐਗਜ਼ਾਮ ਹੈ, ਕੋਈ ਹੌਲਦਾਰ ਦਾ ਹੈ, ਕੋਈ ਕਾਨੂੰਗੋ ਦਾ ਹੈ, ਕੋਈ ਡਾਟਾ ਐਂਟਰੀ ਆਪਰੇਟਰ ਦਾ ਹੈ, ਕੋਈ ਕਲੈਰੀਕਲ ਪੋਸਟ ਦਾ, ਕੋਈ ਵੀ ਤਿਆਰੀ ਕਰ ਰਿਹਾ, ਉਹਨਾਂ ਸਾਰੇ ਇਮਤਿਹਾਨਾਂ ਦੇ ਵਿੱਚ ਕੰਪਿਊਟਰ ਦਾ ਸਵਾਲ ਵੀ ਪੁੱਛੇ ਜਾਂਦੇ ਨੇ। ਇਹਨਾਂ ਸਾਰੇ ਪੇਪਰਾਂ ਦੇ ਵਿੱਚ ਤੇ ਸਵਾਲਾਂ ਦੇ ਵਿੱਚ ਇਹ ਜਿਹੜਾ ਲੈਕਚਰ ਤੁਹਾਡੇ ਲਈ ਲਾਹੇਵੰਦ ਸਾਬਤ ਹੋਏਗਾ ਤੇ ਤੁਹਾਡੇ ਚੰਗੇ ਭਵਿੱਖ ਦੇ ਲਈ ਕਾਮਨਾ ਕਰਦਾ ਹੋਇਆ ਮੈਂ ਤੁਹਾਡੇ ਤੋਂ ਇਜਾਜ਼ਤ ਮੰਗਦਾ। ਜੈ ਹਿੰਦ।